ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਹਿ ਰਾਸਤੇ ਕਥਾ ਵਾਰਤਾ ਹੋ ਰਹੀ ਹੈ। ਕੱਲ੍ਹ ਆਪਾਂ ਸ਼ੁਰੂ ਕੀਤਾ ਸੀ ਸ਼ਬਦ ਰਾਗ ਗੁਜਰੀ ਮਹਿਲਾ ਪੰਜਵਾਂ। ਰਾਗ ਦਾ ਨਾਮ ਹੈ ਗੁਜਰੀ, ਮਹਿਲਾ ਪੰਜਵਾਂ ਦਾ ਮਤਲਬ ਪੰਚਮ ਪਾਤਸ਼ਾਹ ਦੀ ਬਾਣੀ ਹੈ। ਮੈਂ ਫਿਰ ਦੁਹਰਾ ਦਿਆਂ ਇਸ ਪਹਿਰੇ ਨੂੰ। ਕਾਹੇ ਰੇ ਮਨ ਚਿਤ ਮਹਿ ਉਦਮ, ਜਾਂ ਆਹਰ ਹਰ ਜੀਉ ਪਰਿਆ। ਸੈਲ ਪੱਥਰ ਮੈਂ ਜੰਤ ਉਪਾਏ, ਤਾ ਕਾ ਰਿਜ਼ਕ ਆਗੇ ਕਰ ਧਰਿਆ। ਇਹ ਮਨ ਨੂੰ ਸੰਬੋਧਨ ਕੀਤਾ ਹੋਇਆ ਹੈ। ਜਦੋਂ ਕਿਸੇ ਨਾਲ ਗੱਲ ਕਰ ਰਹੇ ਹੋਈਏ, ਉਦੋਂ ਮੈਂ ਕੱਲ੍ਹ ਵੀ ਉਦਾਹਰਨ ਦਿੱਤੀ ਸੀ। ਆਪਾਂ ਕਹਿੰਦੇ ਹੇ ਮਨਾ, ਤੂੰ ਕਿਉਂ ਚਿੰਤਾ ਕਰਦਾ ਹੈ? ਹੇ ਮਨਾ, ਤੂੰ ਕੀ ਸੋਚ ਰਿਹਾ ਹੈ? ਇਸ ਤਰ੍ਹਾਂ ਆਪਾਂ ਬੋਲਦੇ ਹਾਂ। ਇਸ ਲਈ ਇਹਨੂੰ ਚਿੱਤ ਵਹਿ, ਇਹ ਨਹੀਂ ਪੜ੍ਹਨਾ, ਚਿੱਤ ਵਹਿ। ਕਾਹੇ ਰੇ ਮਨ ਚਿੱਤ ਵਹਿ ਉਦਮ, ਜਾਂ ਇਹਨੂੰ ਜਾਂ ਪੜ੍ਹਨਾ ਮੈਨੇ ਜਦੋਂ। ਜਾਂ ਆਹਰ ਹਰ ਜੀਉ ਪਰਿਆ, ਸੈਲ ਪੱਥਰ ਮਹਿ ਜੰਤ ਉਪਾਏ। ਤਾ ਕਾ ਰਿਜ਼ਕ, ਰਿਜ਼ਕ ਫਾਰਸੀ ਦਾ ਸ਼ਬਦ ਹੈ। ਫਾਰਸੀ 'ਚ ਸਪੈਲਿੰਗ ਨੇ ਖੱਖੇ ਨਾਲ, ਕੱਕੇ ਦੀ ਤਾਂ 'ਤੇ ਖੱਖਾ ਫਾਰਸੀ 'ਚ। ਉੱਥੋਂ ਪੰਜਾਬੀ ਦੇ ਵਿੱਚ ਰਿਜ਼ਕ ਤੋਂ ਰਿਜ਼ਕ ਬਣ ਗਿਆ ਹੈ। ਇਹਨੂੰ ਰਿਜ਼ਕ ਨਹੀਂ ਪੜ੍ਹਨਾ, ਜੱਜੇ ਦੇ ਪੈਰ 'ਚ ਬਿੰਦੀ ਲਾ ਕੇ ਪੜ੍ਹਨਾ। ਤਾ ਕਾ ਮੈਨੇ ਉਸ ਦਾ, ਇਹਨੂੰ ਤਾਂ ਕਾ ਨਹੀਂ ਪੜ੍ਹ ਦੇਣਾ। ਇਹ ਹਿੰਦੀ ਹੈ। ਹਿੰਦੀ 'ਚ ਤਾ ਹੁੰਦਾ ਉਸ, ਕਾ ਹੁੰਦਾ ਦਾ। ਤਾ ਕਾ ਉਸ ਦਾ, ਤਾ ਕਾ ਰਿਜ਼ਕ ਆਗੇ ਕਰ ਧਰਿਆ। ਕਹਿੰਦੇ ਕਾਹੇ ਰੇ ਮਨ ਚਿਤ ਮੈਂ ਉਦਮ। ਹੇ ਮਨਾ, ਤੂੰ ਉਦਮ ਕਰਨ ਦੀ ਚਿੰਤਾ ਕਿਉਂ ਕਰਦਾ? ਸਿੱਖ ਨੂੰ ਵੀ ਹੁਕਮ ਹੈ ਤੂੰ ਉਦਮ ਕਰਨਾ, ਚਿੰਤਾ ਨਹੀਂ ਕਰਨੀ। ਚਿੰਤਾ ਕਰਨਾ ਕੁਛ ਨਹੀਂ ਬਣਿਆ ਕਰਦਾ। ਬੱਚਾ ਪੜ੍ਹਾਈ ਕਰੇ ਨਾ ਤੇ ਇਮਤਿਹਾਨ ਦੀ ਚਿੰਤਾ ਕਰਦਾ ਰਹੇ, ਉਹ ਵਿਅਰਥ ਹੈ। ਸਿੱਖ ਨੂੰ ਹੁਕਮ ਹੈ ਤੂੰ ਮਿਹਨਤ ਕਰਨੀ ਹੈ, ਚਿੰਤਾ ਨਹੀਂ ਕਰਨੀ। ਵਿਸ਼ਵਾਸ ਰੱਖੋ, ਤੁਸੀਂ ਮਿਹਨਤ ਕਰਦੇ ਹੋ, ਤੁਹਾਨੂੰ ਮਿਹਨਤ ਦਾ ਫਲ ਮਿਲੇਗਾ। ਦੇਖੋ ਇੰਗਲਿਸ਼ ਵਾਲੇ ਵੀ ਕਹਿੰਦੇ ਹਾਰਡ ਵਰਕ ਇਜ਼ ਕੀ ਟੂ ਸਕਸੈਸ। ਸਖਤ ਮਿਹਨਤ ਹੀ ਸਫਲਤਾ ਦੀ ਕੁੰਜੀ ਹੈ। ਮਿਹਨਤ ਕਰੋਗੇ ਉਹਦਾ ਫਲ ਤਾਂ ਮਿਲਣਾ ਹੀ ਮਿਲਣਾ ਹੈ। ਮਿਹਨਤ ਕਰੋ, ਫਲ ਮਿਲਣਾ ਹੀ ਮਿਲਣਾ। ਜਿਹੜੇ ਬੱਚੇ ਮਿਹਨਤ ਕਰਦੇ ਨੇ ਚੰਗੇ ਨੰਬਰਾਂ ਨਾਲ ਪਾਸ ਹੋ ਜਾਂਦੇ ਨੇ। ਜਿਹੜੇ ਬੱਚੇ ਅਵਾਰਾਗਰਦੀ ਕਰਦੇ ਰਹਿੰਦੇ ਨੇ, ਮਿਹਨਤ ਨਹੀਂ ਕਰਦੇ, ਉਹ ਫੇਲ ਹੋ ਜਾਂਦੇ ਨੇ, ਰੀਪੀਰਾਂ ਆ ਜਾਂਦੀਆਂ ਨੇ। ਕਈ ਸਾਲਾਂ ਦੀ ਗੱਲ ਹੈ, ਇੱਕ ਬੱਚਾ ਮੇਰੇ ਕੋਲ ਆ ਗਿਆ, ਬਾਬਾ ਜੀ ਮੇਰੀਆਂ ਸਪਲੀਆਂ ਕਲੀਅਰ ਹੋ ਜਾਣ, ਰੀਪੀਰਾਂ ਜਿਹੜੀ ਹੁੰਦੀਆਂ। ਮੈਂ ਕਿੰਨੀਆਂ ਸਪਲੀਆਂ ਨੇ? ਕਹਿੰਦਾ 12। ਅੱਛਾ, ਇੱਕ ਅੱਧੀ ਵੀ ਨਹੀਂ। ਮੈਂ ਟੋਟਲ ਪੇਪਰ ਕਿੰਨੇ ਸਨ? ਕਹਿੰਦੇ 24। ਕਿੰਨੇ ਸਾਲ ਦਾ ਕੋਰਸ ਸੀ? ਕਹਿੰਦੇ 3 ਸਾਲ ਦਾ। 3 ਸਾਲ ਦਾ ਕੋਰਸ ਸੀ। ਮੈਂ ਜੇ 3 ਸਾਲ ਦੇ ਵਿੱਚ ਕਾਲਜ ਪੜ੍ਹ ਕੇ ਤੂੰ 12 ਪੇਪਰਾਂ 'ਚ ਫੇਲ ਹੈ, ਤਾਂ ਹੁਣ ਪ੍ਰਾਈਵੇਟਲੀ ਤੂੰ 12 ਪੇਪਰ ਕਿਵੇਂ ਕਲੀਅਰ ਕਰ ਜਾਏਗਾ? ਵੇ ਇਹਦੇ ਮੈਂ ਤੁਸੀਂ ਉੱਥੇ ਜਾ ਕੇ ਅਵਾਰਾਗਰਦੀ ਕਰਦੇ ਰਹੇ, ਮਾਂ ਪਿਓ ਦੇ ਤੁਸੀਂ ਪੈਸੇ ਖਰਾਬ ਕੀਤੇ। ਕਾਲਜਾਂ ਲੱਖਾਂ ਰੁਪਈਏ ਖਰਚਾ ਹੁੰਦਾ ਹੈ, ਤੁਸੀਂ ਲੱਖਾਂ ਰੁਪਈਏ ਖਰਾਬ ਕਰਤੇ 3 ਸਾਲਾਂ 'ਚ, ਪੜ੍ਹਾਈ ਕੀਤੀ ਨਹੀਂ ਹੈ। ਹੁਣ 12 ਸਪਲੀਆਂ ਪ੍ਰਾਈਵੇਟਲੀ ਨਹੀਂ ਪੂਰੀਆਂ ਹੋ ਸਕਦੀਆਂ। ਹੁਣ ਖਾਈ ਜੋ ਧੱਕੇ। ਇੱਥੇ ਬਾਬਾ ਕੀ ਕਰੇਗਾ? ਵੀ ਹੈ ਮੈਂ ਕੀ ਕਰਾਂ? ਮੇਰੇ ਕੋਲ ਕੋਈ ਝੁਰਲੂ ਹੈ ਜੇ ਮੈਂ ਫੇਰ ਦਿਆਂਗਾ ਕੋਈ? ਇਹ ਮਨੁੱਖ ਮਿਹਨਤ ਨਹੀਂ ਕਰਦਾ, ਚਿੰਤਾ ਕਰਦਾ ਰਹਿੰਦਾ ਹੈ।
ਮਨੁੱਖ ਨੂੰ ਹੁਕਮ ਤੂੰ ਉਦਮ ਕਰ, ਉਦਮ ਕਰਿੰਦਿਆਂ ਜੀਓ ਤੂੰ, ਕਮਾਉਂਦਿਆਂ ਸੁਖ ਪਹੁੰਚ, ਧਿਆਇਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਉਦਮ ਕਰ, ਸਾਨੂੰ ਮਿਹਨਤ ਕਰਨ ਦਾ ਹੁਕਮ ਹੈ। ਹੱਥ 'ਤੇ ਹੱਥ ਧਰ ਕੇ ਨਹੀਂ ਅਸੀਂ ਬੈਠਣਾ। ਗੁਰੂ ਮਹਾਰਾਜ ਦਾ ਸਿੱਖ ਨੂੰ ਹੁਕਮ ਹੈ, ਤੂੰ ਦਸਾਂ ਨਹੁੰਆਂ ਦੀ ਕਿਰਤ ਕਰ, ਕਿਰਤ ਕਰਕੇ ਆਪਣੇ ਪਰਿਵਾਰ ਨੂੰ ਪਾਲ, ਜਿੰਨਾ ਬਾਕੀ ਸਮਾਂ ਮਿਲੇ ਉਸ 'ਚ ਭਜਨ ਬੰਦਗੀ ਕਰ। ਇਹ ਨਹੀਂ ਕਿ ਗੱਪਾਂ ਮਾਰ ਕੇ ਜਾਂ ਅਵਾਰਾਗਰਦੀ ਕਰਕੇ ਜਾਂ ਗੰਦੇ ਮੰਦੇ ਗੀਤ ਸੁਣ ਕੇ ਜਿਹਦੇ ਬਾਕੀ ਸਮਾਂ ਖਰਾਬ ਕਰਨਾ। ਨਹੀਂ, ਬਾਕੀ ਸਮਾਂ ਦਾ ਸਦਉਪਯੋਗ ਕਰਨਾ। ਮਨੁੱਖ ਕੋਲ 3 ਚੀਜ਼ਾਂ ਹੁੰਦੀਆਂ, ਇੱਕ ਸਮਾਂ ਹੁੰਦਾ, ਇੱਕ ਪੈਸਾ ਹੁੰਦਾ, ਇੱਕ ਸਿਹਤ ਹੁੰਦੀ ਹੈ। ਇਹ ਮਨੁੱਖ ਨੂੰ ਤਿੰਨੋਂ ਚੀਜ਼ਾਂ ਨਹੀਂ ਵਰਤਣੀਆਂ ਆਉਂਦੀਆਂ। ਇਹਦੇ ਕੋਲ ਸਮਾਂ ਹੈ, ਇਹਨੂੰ ਸਮਾਂ ਵਰਤਣੇ ਨਹੀਂ ਆਉਂਦਾ। ਵੀ ਮੇਰੇ ਕੋਲ ਸਮਾਂ ਇਹਨੂੰ ਕਿਵੇਂ ਵਰਤਣਾ? ਕੋਈ ਚੋਰੀਆਂ 'ਚ ਵਰਤ ਰਿਹਾ, ਕੋਈ ਡਾਕੇ ਮਾਰ ਰਿਹਾ, ਕੋਈ ਠੱਗੀਆਂ ਕਰ ਰਿਹਾ, ਕੋਈ ਕੁਛ ਕਰ ਰਿਹਾ, ਕੋਈ ਕੁਛ ਕਰ ਰਿਹਾ, ਕੋਈ ਅਵਾਰਾਗਰਦੀ ਕਰ ਰਿਹਾ। ਉਹਨੂੰ ਪਤਾ ਹੀ ਨਹੀਂ ਮੈਂ ਸਮੇਂ ਦੀ ਵਰਤੋਂ ਕਿਵੇਂ ਕਰਨੀ ਹੈ। ਇਹਦੇ ਕੋਲ ਸਿਹਤ ਹੈ। ਇਹ ਜਿੰਨਾ ਚਿਰ ਬੰਦਾ ਤੰਦਰੁਸਤ ਹੈ, ਸਾਰੇ ਪੁੱਠੇ ਕੰਮ ਬੰਦਾ ਤੰਦਰੁਸਤੀ ਕਰਦਾ। ਬਿਮਾਰ ਬੰਦਾ ਕਿਆ ਮਾੜੇ ਕੰਮ ਕਰੇਗਾ ਜੀ, ਉਹ ਤਾਂ ਮੰਜੇ 'ਤੇ ਪਿਆ। ਸਿਹਤ ਹੈ, ਤੰਦਰੁਸਤੀ ਹੈ, ਉਹ ਵਰਤਣੀ ਨਹੀਂ ਆਉਂਦੀ। ਪੈਸਾ ਹੈ, ਉਹ ਖਰਚਣਾ ਨਹੀਂ ਆਉਂਦਾ। ਪੈਸਾ ਉਜਾੜਨਾ ਤੇ ਆਉਂਦਾ, ਹੁਣ ਵਰਤਣਾ ਨਹੀਂ ਆਉਂਦਾ। ਇੱਕ ਹੁੰਦਾ ਉਜਾੜਨਾ, ਇੱਕ ਹੁੰਦਾ ਖਰਚ ਕਰਨਾ, ਇੱਕ ਹੁੰਦਾ ਵਰਤਣਾ। ਪੈਸਾ ਖਰਚ ਨਹੀਂ ਕਰੀਦਾ, ਪੈਸਾ ਵਰਤੀਦਾ। ਹੋ ਸਕਦਾ ਦੇਰ ਨਾਲ ਤੁਹਾਨੂੰ ਗੱਲ ਸਮਝ ਆਵੇ, ਖਰਚ ਕਰ ਅਤੇ ਵਰਤਣ 'ਚ ਕੀ ਫਰਕ ਹੈ। ਪੈਸਾ ਵਰਤਣ ਲਈ ਹੁੰਦਾ, ਖਰਚਣ ਲਈ ਨਹੀਂ ਹੁੰਦਾ, ਉਜਾੜਨ ਲਈ ਨਹੀਂ ਹੁੰਦਾ। ਬੰਦੇ ਕੋਲ ਜੋ ਚੀਜ਼ ਹੈ ਇਹਨੂੰ ਵਰਤਣੀ ਨਹੀਂ ਆਉਂਦੀ। ਸਭ ਕੁਝ ਹੁੰਦਿਆਂ ਸੁਣਦਿਆਂ ਵੀ ਇਹ ਜਿਹੜਾ ਦੁਖੀ ਦਾ ਦੁਖੀ ਹੈ। ਨਾ ਇਹਨੂੰ ਸਮਾਂ ਵਰਤਣਾ ਆਉਂਦਾ, ਨਾ ਇਹਨੂੰ ਪੈਸਾ ਵਰਤਣਾ ਆਉਂਦਾ ਹੁੰਦਾ, ਨਾ ਜੇ ਸਿਹਤ ਮਿਲੀ ਹੈ ਉਹਦਾ ਕਿਵੇਂ ਸਦਉਪਯੋਗ ਕਰਨ, ਨਾ ਉਹ ਆਉਂਦਾ। ਇਸ ਲਈ ਦੁੱਖ ਹੀ ਦੁੱਖ, ਦੁੱਖ ਹੀ ਦੁੱਖ ਸਮਾਜ 'ਚ ਫੈਲ ਗਏ ਹਨ। ਸੋ ਗੁਰੂ ਮਹਾਰਾਜ ਪੰਚਮ ਪਾਤਸ਼ਾਹ ਮਨੁੱਖ ਨੂੰ ਸਮਝਾਉਂਦੇ ਨੇ, ਤੂੰ ਉਦਮਤਾ ਕਰ, ਪਰ ਚਿਤਵੈਂ ਚਿੰਤਾ ਕਰਨ ਦੀ ਲੋੜ ਨਹੀਂ। ਕਾਹੇ ਰੇ ਮਨ ਚਿਤਵੈਂ ਉਦਮ, ਹੈ ਮਨਾ ਤੂੰ ਉਦਮ ਕਰਨ ਦੀ ਚਿੰਤਾ ਕਿਉਂ ਕਰਦਾ? ਜਾਂ ਆਹਰ ਹਰ ਜੀਉ ਪਰਿਆ, ਜਾਂ ਮੈਨੇ ਜਦੋਂ ਆਹਰ ਮੈਨੇ ਕੰਮ ਵਿੱਚ, ਹਰ ਜੀਉ ਪਰਿਆ ਪਰਮਾਤਮਾ ਲੱਗਾ ਹੋਇਆ। ਜਦੋਂ ਕਿ ਪਰਮਾਤਮਾ ਤੇਰੇ ਕੰਮ 'ਚ ਲੱਗਾ ਹੋਇਆ ਹੈ, ਤੂੰ ਫਿਰ ਚਿੰਤਾ ਕਿਉਂ ਕਰਦਾ ਹੈ? ਕੰਮ ਤੇ ਸਾਡਾ ਪਰਮਾਤਮਾ ਨੇ ਸਵਾਰਨਾ, ਕੰਮ ਤੇ ਪਰਮਾਤਮਾ ਨੇ ਸਵਾਰਨਾ ਹੈ। ਹਾਂ, ਕਿਸੇ ਰਾਹੀਂ ਭਾਵੇਂ ਸਵਾਰੇ। ਜਿਵੇਂ ਪਰਮਾਤਮਾ ਨੇ ਤਾਂ ਮੰਨ ਲਓ ਤੁਹਾਨੂੰ ਅਮੀਰ ਕਰਨਾ, ਉੱਤੋਂ ਥੈਲੀ ਨਹੀਂ ਸੁੱਟੇਗਾ ਨੋਟਾਂ ਦੀ, ਰੁਪਏ ਉੱਤੋਂ ਨਹੀਂ ਡਿੱਗਿਆ ਕਰਦੇ। ਰੱਬ ਨੇ ਕਰਨਾ ਤੁਹਾਨੂੰ ਅਮੀਰ, ਉਹ ਫਿਰ ਕੋਈ ਸਬੱਬ ਬਣਾਏਗਾ, ਉਹ ਕੋਈ ਸਾਧਨ ਬਣਾਏਗਾ, ਉਹ ਕੋਈ ਢੰਗ ਤਰੀਕਾ ਅਪਣਾਏਗਾ। ਤੁਸੀਂ ਜਿਹੜਾ ਹੈ ਕਿਸੇ ਕੋਲ ਜਾਓਗੇ, ਉਹ ਤੁਹਾਨੂੰ ਸੁਝਾਅ ਦੇਵੇਗਾ ਤੂੰ ਆਹ ਦੁਕਾਨ ਖੋਲ੍ਹ ਹੈ। ਤੁਸੀਂ ਉਸ ਤਰੀ ਕਰੋਗੇ, ਉਹ ਦੁਕਾਨ ਚੱਲ ਪਏਗੀ, ਦਿਨੋਂ ਦਿਨ ਤੁਸੀਂ ਅਮੀਰ ਹੁੰਦੇ ਜਾਵੋਗੇ। ਇਸ ਤਰ੍ਹਾਂ ਪਰਮਾਤਮਾ ਅਮੀਰ ਕਰ ਦਿੰਦਾ ਹੋਵੇਗਾ। ਉਹਨੇ ਤੁਹਾਨੂੰ ਕਰਨਾ ਗਰੀਬ, ਤੁਹਾਨੂੰ ਮਾੜੀ ਸੰਗਤ ਦੇ ਦੇਗਾ, ਫਿਰ ਤੁਸੀਂ ਠੇਕੇ ਜਾਣ ਲੱਗ ਜਾਓਗੇ, ਫਿਰ ਪੈਸਾ ਉਜਾੜੋਗੇ, ਫਿਰ ਕਿਸੇ ਨਸ਼ਈ ਦੇ ਨਾਲ ਤੁਹਾਡੀ ਸੰਗਤ ਕਰਾ ਦੇਗਾ। ਉਹ ਫਿਰ ਨਸ਼ੇ ਕਰ ਕਰਕੇ ਅਤੇ ਆਹ ਰੋਜ਼ ਤੁਸੀਂ ਪੜ੍ਹਦੇ, ਫਲਾਣਾ ਬੰਦਾ ਜੀ ਨਸ਼ੇ ਦੀ ਓਵਰਡੋਜ਼ ਨਾਲ ਮਰ ਗਿਆ। ਚਲੋ ਮਰ ਗਿਆ, ਮਗਰੋਂ ਲੱਥਾ। ਕੀ ਖੜਾ ਸਮਾਜ ਦੇ ਉਹਦੇ ਬਿਨਾਂ? ਮਾਂ ਪਿਓ 2 ਦਿਨ ਰੋ ਲੈਣਗੇ, ਮਗਰੋਂ ਵੀ ਕਹਿਣਗੇ ਚੰਗਾ ਮਰ ਗਿਆ, ਰੋਜ਼ ਦੁਖੀ ਕਰਦਾ। ਸੋ ਅਸੀਂ ਤਾਂ ਸਿਰਫ ਉੱਦਮ ਕਰਨਾ, ਚਿੰਤਾ ਨਹੀਂ ਕਰਨੀ। ਅਸੀਂ ਪਰਮਾਤਮਾ ਦੇ ਬੱਚੇ ਹਾਂ। ਜਿਵੇਂ ਤੁਹਾਡੀ ਚਿੰਤਾ ਤੁਹਾਡੇ ਮਾਂ ਪਿਓ ਨੂੰ ਹੈ, ਇਸੇ ਤਰ੍ਹਾਂ ਸਭ ਦੀ ਚਿੰਤਾ ਪਰਮਾਤਮਾ ਨੂੰ ਹੈ। ਸਾਰੇ ਪਰਮਾਤਮਾ ਦੇ ਬੱਚੇ ਨੇ,
ਇਸ ਲਈ ਉਹਨੇ ਸਾਰਿਆਂ ਨੂੰ ਖਾਣ ਪੀਣ ਨੂੰ ਦੇਣਾ ਹੈ। ਪਰ ਅਸੀਂ ਰੱਬ ਨੂੰ ਅੱਖਾਂ ਵਿਖਾਉਂਦੇ ਹਾਂ, ਕਹਿੰਦੇ ਤੂੰ ਤਾਂ ਹੈ ਹੀ ਨਹੀਂ। ਕਹਿੰਦੇ ਬਹੁਤ ਸਾਰੇ ਲੋਕ ਨੇ ਕਿ ਕੋਈ ਰੱਬ ਰੁੱਬ ਨਹੀਂ ਹੈਗਾ, ਐਵੇਂ ਕਦੇ ਡਰਾਉਂਦੇ ਨੇ ਲੋਕਾਂ ਨੂੰ ਰੱਬ ਦਾ ਨਾਂ ਲੈ ਕੇ, ਕੋਈ ਰੱਬ ਰੁੱਬ ਨਹੀਂ ਹੁੰਦਾ। ਉਹਨਾਂ ਤਾਂ ਗੱਲ ਹੀ ਨਿਬੇੜਤੀ। ਰੱਬ ਕਹਿੰਦਾ ਚੰਗਾ ਫਿਰ ਕਰੀ ਜਾਓ, ਲਾ ਲਓ ਫਿਰ ਜ਼ੋਰ ਜਿਹੜਾ ਤੁਸੀਂ ਲਾਉਣੇ ਲਾਈ ਜਾਓ ਆਪਣਾ। ਕਹਿੰਦੇ ਹੇ ਮਨਾ, ਤੂੰ ਉੱਦਮ ਦੀ ਚਿੰਤਾ ਕਿਉਂ ਕਰਦਾ ਹੈ? ਪਰਮਾਤਮਾ ਤੇਰੇ ਕੰਮ ਵਿੱਚ ਲੱਗਾ ਹੋਇਆ ਹੈ। ਸੈਲ ਪੱਥਰ ਮੈਂ ਜੰਤ ਪਾਏ, ਆ ਪੱਥਰ ਨੇ, ਪਰਮਾਤਮਾ ਨੇ ਪੱਥਰਾਂ ਦੇ ਵਿੱਚ ਵੀ ਜੀਵ ਪੈਦਾ ਕੀਤੇ ਹੋਏ ਹਨ। ਪੱਥਰਾਂ ਦੇ ਵਿੱਚ ਵੀ ਜੀਵ ਨੇ, ਦੇਖਣ ਨੂੰ ਕਿਤੇ ਮੋਰੀ ਨਹੀਂ ਦਿਸਦੀ ਉਹਨਾਂ 'ਚ, ਪਰ ਉਹਨਾਂ ਦੇ ਅੰਦਰ ਜੀਵ ਨੇ, ਕੀੜੇ ਮਕੌੜੇ ਨੇ ਉਹਨਾਂ ਦੇ ਅੰਦਰ। ਤਾ ਕਾ ਰਿਜ਼ਕ ਆਗੇ ਕਰ ਧਰਿਆ, ਉਹਨਾਂ ਦਾ ਭੋਜਨ ਵੀ ਪਰਮਾਤਮਾ ਨੇ ਉਹਨਾਂ ਦੇ ਪੈਦਾ ਹੋਣ ਤੋਂ ਪਹਿਲਾਂ ਹੀ, ਆਗੇ ਪਹਿਲਾਂ ਹੀ ਪੱਥਰਾਂ 'ਚ ਜੀਵ ਪੈਦਾ ਕੀਤੇ ਨੇ। ਜੀਵ ਪੈਦਾ ਕਰਨ ਤੋਂ ਪਹਿਲਾਂ ਪਰਮਾਤਮਾ ਨੇ ਉਹਨਾਂ ਦਾ ਰੋਜ਼ੀ ਦਾ ਪ੍ਰਬੰਧ ਕੀਤਾ ਹੋਇਆ। ਉਹਨਾਂ ਦਾ ਰਿਜ਼ਕ ਪਹਿਲਾਂ ਉੱਥੇ ਰੱਖਿਆ ਹੋਇਆ ਹੈ। ਪਹਿਲੋਂ ਦੇ ਤਾਂ ਰਿਜ਼ਕ ਪਾ, ਪਿੱਛੋਂ ਤਾਂ ਜੰਤ ਪਾ। ਪਰਮਾਤਮਾ ਨੇ ਪਹਿਲਾਂ ਰਿਜ਼ਕ ਦਾ ਪ੍ਰਬੰਧ ਕੀਤਾ। ਇਹ ਜੀਵ ਤੇ ਮਗਰੋਂ ਪੈਦਾ ਕੀਤੇ ਨੇ। ਇਤਿਹਾਸ ਪੜ੍ਹੋ, ਸਾਇੰਸ ਪੜ੍ਹੋ ਜਾਂ ਰਿਲੀਜਨ ਪੜ੍ਹੋ, ਉਹ ਕਹਿੰਦੇ ਪਰਮਾਤਮਾ ਨੇ ਜਦੋਂ ਸੰਸਾਰ ਬਣਾਉਣਾ ਸੀ ਤਾਂ ਪਹਿਲਾਂ ਧਰਤੀ ਬਣਾਈ, ਹਰ ਕੇ ਜੀਵਾਂ ਕਿਤੇ ਤੇ ਰਹਿਣ ਨਾ। ਸਮੁੰਦਰ ਬਣਾਇਆ, ਕਿਉਂ ਜੇ ਸਮੁੰਦਰ ਨਹੀਂ ਹੋਵੇਗਾ ਤਾਂ ਫਿਰ ਸੂਰਜ ਦੇ ਨਾਲ ਭਾਪ ਬਣ ਕੇ ਪਾਣੀ ਬੱਦਲ ਕਿਵੇਂ ਬਣਨਗੇ, ਮੀਂਹ ਕਿਵੇਂ ਪਵੇਗਾ ਅਤੇ ਫਸਲ ਕਿਵੇਂ ਹੋਵੇਗੀ। ਪਰਮਾਤਮਾ ਨੇ ਧਰਤੀ ਬਣਾਈ, ਪਰਮਾਤਮਾ ਨੇ ਸਮੁੰਦਰ ਬਣਾਇਆ, ਪਰਮਾਤਮਾ ਨੇ ਪਹਾੜ ਬਣਾਏ, ਪਰਮਾਤਮਾ ਨੇ ਬਨਸਪਤੀ ਬਣਾਈ, ਪਰਮਾਤਮਾ ਨੇ ਖਾਣ ਪੀਣ ਦੀਆਂ ਜਿਹੜੀਆਂ ਚੀਜ਼ਾਂ ਸਨ, ਫਲ ਫਰੂਟ ਉਹ ਬਣਾਏ, ਜੜੀਆਂ ਬੂਟੀਆਂ ਬਣਾਈਆਂ। ਇਹ ਬਣਾ ਕੇ ਫਿਰ ਉਸਨੇ ਜੀਵ ਪੈਦਾ ਕੀਤੇ, ਫਿਰ ਉਸਨੇ ਜੀਵ ਪੈਦਾ ਕੀਤੇ। ਇਸ ਲਈ ਸਾਡੇ ਨਾਲੋਂ ਸਾਡੇ ਜਿਹੜਾ ਪਰਮਾਤਮਾ ਹੈ ਉਹਨੂੰ ਸਾਡਾ ਜ਼ਿਆਦਾ ਫਿਕਰ ਹੈ। ਉਹਨੇ ਸਾਡੇ ਪੈਦਾ ਹੋਣ ਤੋਂ ਪਹਿਲਾਂ ਹੀ ਸਾਡੇ ਲਈ ਰਿਜ਼ਕ ਦਾ ਪ੍ਰਬੰਧ ਕਰ ਦਿੱਤਾ ਸੀ। ਕੱਲ੍ਹ ਹੀ ਮੈਂ ਸੁਣਾਇਆ ਸੀ, ਇਹਦੀ ਉਦਾਹਰਣ ਇੱਕ ਦਿੱਤੀ ਸੀ ਕਿ ਜਿਹੜਾ ਹੈ, ਮੰਨ ਲਓ ਹਾਲਾਂ ਕਹਿੰਦਾ ਜੀ ਕੀ ਸਬੂਤ ਹੈ ਕਿ ਪਰਮਾਤਮਾ ਨੇ ਰਿਜ਼ਕ ਪਹਿਲਾਂ ਪੈਦਾ ਕੀਤਾ ਸੀ? ਪਰਮਾਤਮਾ ਨੇ ਰਿਜ਼ਕ ਪਹਿਲਾਂ ਪੈਦਾ ਕੀਤਾ ਹੈ। ਬੱਚੇ ਦੇ ਪੈਦਾ ਹੋਣ ਤੋਂ ਪਹਿਲਾਂ ਮਾਤਾ ਦੀ ਛਾਤੀ ਦੇ ਵਿੱਚ ਦੁੱਧ ਦਾ ਪ੍ਰਬੰਧ ਕੀਤਾ ਗਿਆ ਹੈ। ਬੱਚਾ ਬਾਅਦ 'ਚ ਪੈਦਾ ਹੁੰਦਾ ਹੈ, ਦੁੱਧ ਦਾ ਪਹਿਲਾ ਪ੍ਰਬੰਧ ਕੀਤਾ ਗਿਆ ਤਾਂ ਜੇ ਬੱਚਾ ਪੈਦਾ ਹੁੰਦੇ ਸਾਰ ਹੀ ਮਾਂ ਦਾ ਦੁੱਧ ਪੀ ਸਕੇ। ਜਦੋਂ ਪਰਮਾਤਮਾ ਨੂੰ ਇੰਨਾ ਫਿਕਰ ਹੈ ਸਾਡਾ, ਅਤੇ ਫਿਰ ਸਾਨੂੰ ਕਿਉਂ ਨਹੀਂ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ? ਫਜ਼ੂਲ ਦੀ ਚਿੰਤਾ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ। ਇਸ ਲਈ ਗੁਰੂ ਮਹਾਰਾਜ ਕਹਿੰਦੇ ਭਾਈ ਪਰਮਾਤਮਾ ਨੇ ਤਾਂ ਸਾਡੇ ਜੀਵਾਂ 'ਤੇ ਪੈਦਾ ਹੋਣ ਤੋਂ ਪਹਿਲਾਂ ਹੀ ਰਿਜ਼ਕ ਦਾ ਪ੍ਰਬੰਧ ਕੀਤਾ ਹੋਇਆ ਹੈ। ਅੱਗੇ ਕਹਿੰਦੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾ। ਮੇਰੇ ਮਾਧੋ ਜੀ, ਮਾਧੋ ਪਰਮਾਤਮਾ ਨੂੰ ਕਿਹਾ ਹੈ ਮੇਰੇ ਪਰਮਾਤਮਾ। ਮਾਧੋ ਦਾ ਸ਼ਬਦੀ ਅਰਥ ਹੈ ਮਾਇਆ ਦਾ ਪਤੀ ਪਰਮਾਤਮਾ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਜਿਹੜਾ ਸਤ ਸੰਗਤ 'ਚ ਮਿਲੇਗਾ ਉਹੀ ਤਰੇਗਾ। ਕੁਸੰਗਤ ਵਾਲ ਤਾਂ ਬਰਬਾਦ ਹੋ ਜਾਣਾ ਹੈ। ਕੁਸੰਗਤ ਕਰੇਗਾ ਤਾਂ ਜ਼ਿੰਦਗੀ ਬਰਬਾਦ ਹੋ ਜਾਏਗੀ, ਸਤ ਸੰਗਤ ਕਰੇਗਾ ਤਾਂ ਜ਼ਿੰਦਗੀ ਸੌਖੀ ਬਤੀਤ ਹੋਵੇਗੀ। ਆ ਜਿਹਨਾਂ ਨੇ ਕੁਸੰਗਤ ਕੀਤੀ ਉਹ ਨਸ਼ੇ ਕਰਨ ਲੱਗ ਪਏ, ਸ਼ਰਾਬਾਂ ਪੀਣ ਲੱਗ ਪਏ, ਜੂਆ ਖੇਡਣ ਲੱਗ ਪਏ, ਚੋਰੀਆਂ ਕਰਨ ਲੱਗ ਪਏ, ਡਾਕੇ ਮਾਰਨ ਲੱਗ ਪਏ, ਲੁੱਟਾਂ ਖੋਹਾਂ ਕਰਨ ਲੱਗ ਪਏ, ਲੜਾਈਆਂ ਝਗੜੇ ਕਰਨ ਲੱਗ ਪਏ, ਕਤਲ ਕਰਨ ਲੱਗ ਪਏ, ਇਹੋ ਜਿਹੇ ਕੰਮ ਕਰਨ ਲੱਗ ਪਏ। ਅਤੇ ਨਤੀਜਾ ਆਪ ਵੀ ਮਰੇ ਅਤੇ ਆਪਣੇ ਮਾਂ ਪਿਓ ਅਤੇ ਰਿਸ਼ਤੇਦਾਰਾਂ ਨੂੰ ਵੀ ਦੁਖੀ ਕੀਤਾ। ਇਸ ਲਈ ਉਹ ਵੱਡੇ ਭਾਗ ਨੇ ਜਿਨ੍ਹਾਂ ਨੂੰ ਸਤ ਸੰਗਤ ਪ੍ਰਾਪਤ ਹੁੰਦੀ ਹੈ। ਵੱਡੇ ਭਾਗਾਂ ਦੀ ਨਿਸ਼ਾਨੀ
ਪਰਮਾਤਮਾ ਦਾ ਸ਼ੁਕਰ ਕਰਿਆ ਕਰ, ਸੱਚੇ ਪਾਤਸ਼ਾਹ ਤੇਰੀ ਕਿੰਨੀ ਕਿਰਪਾ ਹੈ, ਤੂੰ ਸਤ ਸੰਗਤ ਬਖਸ਼ੀ ਹੈ, ਤੇਰੀ ਬੜੀ ਕਿਰਪਾ ਹੈ, ਤੂੰ ਸਾਨੂੰ ਕੁਸੰਗਤ 'ਚ ਨਹੀਂ ਲੈ ਕੇ ਗਿਆ, ਨਹੀਂ ਸਾਡੀ ਜ਼ਿੰਦਗੀ ਬਰਬਾਦ ਹੋ ਜਾਣੀ ਸੀ। ਕਿੰਨਿਆਂ ਦੀ ਹੀ ਬਰਬਾਦ ਹੋ ਚੁੱਕੀ ਹੈ ਅਤੇ ਕਿੰਨਿਆਂ ਦੀ ਹੀ ਬਰਬਾਦ ਹੋ ਰਹੀ ਹੈ। ਇਸ ਲਈ ਕਹਿੰਦੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਜਿਹੜੇ ਸਤ ਸੰਗਤ 'ਚ ਆ ਗਏ ਉਹ ਤਰ ਗਏ। ਕਿਉਂ? ਇੱਕ ਤਾਂ ਉਹਨਾਂ ਸ਼ੁਭ ਕਰਮ ਕੀਤੇ, ਦੂਸਰਾ ਉਹਨੇ ਨਾਮ ਜਪਿਆ, ਬਾਣੀ ਪੜ੍ਹੀ, ਸੇਵਾ ਕੀਤੀ, ਲੋੜਵੰਦਾਂ ਦੀ ਸਹਾਇਤਾ ਕੀਤੀ। ਆਹੀ ਚੀਜ਼ਾਂ ਸਤਸੰਗ ਸਿਖਾਈ ਜਾਂਦੀਆਂ ਨੇ। ਗੁਰ ਪ੍ਰਸਾਦ ਪਰਮ ਪਦ ਪਾਇਆ। ਸਤ ਸੰਗਤ ਕਰਦੇ ਰਹੇ, ਬਾਣੀ ਪੜ੍ਹਦੇ ਰਹੇ, ਨਾਮ ਜਪਦੇ ਰਹੇ, ਸ਼ੁਭ ਕਰਮ ਕਰਦੇ ਰਹੇ, ਫਿਰ ਗੁਰੂ ਦੀ ਕਿਰਪਾ ਹੋ ਗਈ। ਗੁਰੂ ਦੀ ਕਿਰਪਾ ਹੋ ਗਈ। ਫਿਰ ਕੀ ਹੋਇਆ? ਪਰਮ ਪਦ ਪਾਇਆ। ਸਭ ਤੋਂ ਉੱਚੀ ਆਤਮਿਕ ਅਵਸਥਾ, ਜਿਹਨੂੰ ਬ੍ਰਹਮ ਗਿਆਨ ਕਹਿੰਦੇ, ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋ ਗਈ। ਪਰਮ ਤੋਂ ਉੱਪਰ ਕੋਈ ਡਿਗਰੀ ਨਹੀਂ ਹੈ। ਜਿਵੇਂ ਗੁੱਡ, ਬੈਟਰ, ਬੈਸਟ ਹੁੰਦੇ ਨਾ, ਇਸ ਤਰ੍ਹਾਂ ਪਰਮ ਦਾ ਸਭ ਤੋਂ ਉੱਚੀ ਪਦ, ਪਦਵੀ, ਅਵਸਥਾ ਗੁਰੂ ਦੀ ਕਿਰਪਾ ਨਾਲ ਮਨੁੱਖ ਨੂੰ ਫਿਰ ਸਭ ਤੋਂ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਫਿਰ ਜਦੋਂ ਆਤਮਿਕ ਅਵਸਥਾ ਪ੍ਰਾਪਤ ਹੁੰਦੀ ਹੈ, ਸੂਕੇ ਕਾਸ਼ਟ ਹਰਿਆ। ਇਹਨੂੰ ਕਾਸ਼ਟ ਪੜ੍ਹਨਾ, ਕਾਸਟ ਨਹੀਂ ਪੜ੍ਹਨਾ, ਕਾਸਟ ਨਹੀਂ ਪੜ੍ਹਨਾ। ਕਈ ਲੋਕ ਨੂੰ ਕਾਸਟ ਪੜ੍ਹਦੇ ਨੇ। ਸਾਨੂੰ ਗਿਆਨ ਹੋਣਾ ਚਾਹੀਦਾ ਕਿ ਜਿਹੜਾ ਸ਼ਬਦ ਹੈ ਕਿਹਦਾ ਹੈ। ਇਹ ਹਿੰਦੀ ਦਾ ਸ਼ਬਦ ਹੈ ਅਤੇ ਕਾਸ਼ਟ ਅੱਧੇ ਸ਼ਸ਼ੇ ਨਾਲ ਪੈਂਦਾ, ਅੱਧੇ ਸ਼ਸ਼ੇ ਨਾਲ ਪੈਂਦਾ ਕਾਸ਼ਟ। ਉਹ ਜੇ ਪੱਪਾ ਹੁੰਦਾ ਕਿ ਨਹੀਂ, ਅਤੇ ਅੱਧਾ ਪੱਪਾ ਹੋਵੇ, ਵਿੱਚ ਲਾਈਨ ਜੀ ਖਿੱਚੀ ਹੁੰਦੀ ਹੈ ਇਹਦੀ, ਉਹ ਕਾਸ਼ਟ ਉਸ ਤਰ੍ਹਾਂ ਪੈਂਦਾ। ਸੋ ਇਹਨੂੰ ਕਾਸ਼ਟ ਪੜ੍ਹਨਾ। ਕਾਸ਼ਟ ਹੁੰਦੀ ਲੱਕੜੀ। ਸੁੱਕੇ ਕਾਸ਼ਟ ਹਰਿਆ। ਜਿਵੇਂ ਸੁੱਕੀ ਹੋਈ ਲੱਕੜੀ ਹਰੀ ਭਰੀ ਹੋ ਜਾਏ, ਸੁੱਕੀ ਹੋਈ ਲੱਕੜੀ ਹਰੀ ਭਰੀ ਹੋ ਜਾਏ। ਜਿਵੇਂ ਗੁਰੂ ਨਾਨਕ ਦੇਵ ਜਦੋਂ ਸੰਗਲਾਦੀਪ ਗਏ ਰਾਜਾ ਸ਼ਿਵਨਾਥ ਨੂੰ ਮਿਲਣ, ਉਹਦਾ ਬਾਗ ਕਈ ਸਾਲਾਂ ਤੋਂ ਸੁੱਕ ਗਿਆ ਸੀ। ਬੜਾ ਜ਼ੋਰ ਲਾਇਆ, ਹਰਾ ਭਰਾ ਨਹੀਂ ਹੁੰਦਾ ਹੈ। ਗੁਰੂ ਨਾਨਕ ਦੇ ਜਿਉਂ ਹੀ ਚਰਨ ਪਾਏ ਬਾਗ 'ਚ, ਬਾਗ ਹਰਾ ਭਰਾ ਹੋ ਗਿਆ। ਸੁੱਕੀਆਂ ਲੱਕੜੀਆਂ ਐਨ ਹਰੀਆਂ ਭਰੀਆਂ ਹੋ ਗਈਆਂ। ਇੱਥੇ ਭਾਵ ਜੇ ਉਦਾਸ ਮਨ ਉਹ ਹਰਿਆ ਭਰਿਆ ਹੋ ਜਾਂਦਾ ਹੈ। ਚਿੰਤਤ ਮਨ ਹਰਿਆ ਭਰਿਆ ਹੋ ਜਾਂਦਾ, ਖੁਸ਼ ਹੋ ਜਾਂਦਾ ਹੈ। ਕਿਉਂ? ਗੁਰੂ ਦੀ ਸੰਗਤ ਕੀਤੀ, ਆਤਮਿਕ ਅਵਸਥਾ ਉੱਚੀ ਹੋ ਗਈ, ਉਦਾਸ ਮਨ ਖੇੜੇ 'ਚ ਆ ਗਿਆ, ਖੁਸ਼ ਹੋ ਗਿਆ, ਰਸ ਨਾਲ ਭਰ ਗਿਆ, ਹਰਿਆ ਭਰਿਆ ਹੋ ਗਿਆ। ਲੱਕੜੀ ਦੀ ਉਦਾਹਰਨ ਦਿੱਤੀ ਹੈ। ਜਿਵੇਂ ਸੁੱਕੀ ਲੱਕੜੀ ਹਰੀ ਭਰੀ ਹੋ ਜਾਏ, ਇਸ ਤਰ੍ਹਾਂ ਸੁੱਕਿਆ ਹੋਇਆ ਮਨ, ਉਦਾਸ ਮਨ ਹਰਿਆ ਭਰਿਆ ਹੋ ਜਾਂਦਾ ਹੈ। ਅੱਗੇ ਕਹਿੰਦੇ ਜਨਨ ਪਿਤਾ ਲੋਕ ਸੁਤ ਬਨਿਤਾ ਕੋਇ ਨਾ ਕਿਸ ਕੀ ਧਰਿਆ। ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ। ਜਨਨ ਹਿੰਦੀ ਕਹੇ ਜਨਨੀ, ਹਿੰਦੀ ਵਾਲੇ ਕੀ ਕਹਿੰਦੇ? ਜਨਨੀ। ਜਨਨੀ ਜਣੇ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਨਨੀ ਬਾਂਝ ਰਹੇ, ਕਾਹੇ ਗਵਾਵੇ ਨੂਰ। ਕਹਿੰਦੇ ਔਰਤ ਨੇ ਬੱਚੇ ਜੰਮਣੇ ਨਾ, ਜਾਂ ਤਾਂ ਭਗਤ ਪੈਦਾ ਕਰੇ, ਜਾਂ ਸੂਰਮਾ ਪੈਦਾ ਕਰੇ, ਜਾਂ ਦਾਨੀ ਪੈਦਾ ਕਰੇ, ਨਹੀਂ ਤਾਂ ਕਾਹੇ ਗਵਾਵੇ ਨੂਰ। ਨਹੀਂ ਤਾਂ ਆਪਣੀ ਸ਼ਕਤੀ ਨਸ਼ਟ ਕਰਨ ਦਾ ਕਿਆ ਫਾਇਦਾ। ਪੁੱਤਰ ਜੰਮੇ ਨਾ ਭਗਤੀ ਕਰਦਾ ਹੈ, ਨਾ ਕੋਈ ਦਾਨ ਪੁੰਨ ਕਰਦਾ ਹੈ, ਨਾ ਕੋਈ ਸੇਵਾ ਕਰਦਾ ਹੈ, ਨਾ ਕੋਈ ਦੇਸ਼ ਕੌਮ ਲਈ ਕੋਈ ਬਹਾਦਰੀ ਦਾ ਕੰਮ ਕਰਦਾ ਹੈ। ਕਹਿੰਦੇ ਇਹੋ ਜਿਹੇ ਜਵਾਕ ਤੋਂ ਕੀ ਕਰਾਉਣਾ ਹੈ, ਐਵੇਂ ਆਪਣੀ ਸ਼ਕਤੀ ਹੀ ਨਸ਼ਟ ਕਰਨੀ। ਸੋ ਬੱਚੇ ਦੇ ਵਿੱਚ ਤਿੰਨਾਂ 'ਚ ਇੱਕ ਗੁਣ ਜ਼ਰੂਰ ਚਾਹੀਦਾ। ਜਾਂ ਭਗਤੀ ਕਰਨ ਵਾਲਾ ਹੋਵੇ, ਜਾਂ ਦਾਨ ਪੁੰਨ ਕਰਨ ਵਾਲਾ ਹੋਵੇ, ਅਤੇ ਜਾਂ ਫਿਰ ਬਹੁਤ ਬਹਾਦਰ ਸੂਰਮਾ ਹੋਵੇ। ਜਨਨ ਜਨਨੀ ਮਾਂ ਪਿਤਾ ਲੋਕ ਸਤ ਮਨੇ ਪੁੱਤਰ
बनिता मैंने पत्नी, कोई न किसकी धरिया, धरिया मैंने आसरा। माँ, पिता, लोक, पुत्र, पत्नी, ਇਹ ਇਹਨਾਂ ਦਾ ਕਿਸੇ ਦਾ ਤੁਹਾਨੂੰ ਆਸਰਾ ਨਹੀਂ ਹੈ। ਕਿਸੇ ਨੇ ਤੁਹਾਡੀ ਸਹਾਇਤਾ ਨਹੀਂ ਕਰਨੀ, ਇਹਨਾਂ ਦੇ ਆਸਰੇ ਨਹੀਂ ਰਹਿਣਾ। ਕਿਉਂ? ਇਹ ਜ਼ਰੂਰੀ ਨਹੀਂ ਕਿ ਤੁਹਾਨੂੰ ਖਾਣ ਪੀਣ ਨੂੰ ਦੇ ਸਕਣ, ਜ਼ਰੂਰੀ ਨਹੀਂ ਹੈਗਾ। ਹੋ ਸਕਦਾ ਜਦ ਤੁਹਾਨੂੰ ਖਾਣ ਪੀਣ ਦੀ ਲੋੜ ਤੋਂ ਪਹਿਲੇ ਮਰ ਜਾਣੇ। ਪੁੱਤਰ ਬੜੇ ਨੇ ਐਸੇ ਜਿਹੜੇ ਮਾਂ ਪਿਓ ਰੋਟੀ ਨਹੀਂ ਦਿੰਦੇ, ਕੋਈ ਸੇਵਾ ਨਹੀਂ ਕਰਦੇ। ਪਤਨੀਆਂ ਐਸੀਆਂ ਨੇ ਜਿਹੜੀਆਂ ਛੱਡ ਕੇ ਚਲੀ ਜਾਂਦੀਆਂ ਅਤੇ ਰਹਿੰਦੀ ਨਹੀਂ ਤੁਹਾਡੇ ਜੀ। ਸੋ ਇਸ ਲਈ ਕਹਿੰਦੇ ਕੋਈ ਨਾ ਕਿਸ ਕੀ ਧਰਿਆ, ਇਹਨਾਂ 'ਚ ਕੋਈ ਵੀ ਕਿਸੇ ਦਾ ਆਸਰਾ ਨਹੀਂ ਹੈ, ਨਾ ਮਾਂ, ਨਾ ਪਿਤਾ, ਨਾ ਲੋਕ, ਨਾ ਪੁੱਤਰ, ਨਾ ਪਤਨੀ। ਇਹਨਾਂ ਦੇ ਆਸਰੇ ਨਹੀਂ ਰਹਿਣਾ ਵੀ ਇਹ ਮੈਨੂੰ ਖਾਣ ਨੂੰ ਦੇਣਗੇ। ਸਿਰ ਸਿਰ ਰਿਜ਼ਕ ਸਬਾਹੇ ਠਾਕੁਰ। ਸਿਰ ਸਿਰ ਹੁੰਦਾ ਹਰ ਇੱਕ ਜੀਵ ਨੂੰ, ਰਿਜ਼ਕ ਹੁੰਦਾ ਭੋਜਨ, ਸੰਭਾਹੇ ਹੁੰਦਾ ਪਹੁੰਚਾਉਂਦਾ ਹੈ। ਠਾਕੁਰ ਮੈਨੇ ਮਾਲਕ ਪਰਮਾਤਮਾ। ਪਰਮਾਤਮਾ ਹਰ ਇੱਕ ਜੀਵ ਨੂੰ ਭੋਜਨ ਪਹੁੰਚਾਉਂਦਾ ਹੈ, ਹਰ ਇੱਕ ਜੀਵ ਨੂੰ ਖਾਣ ਨੂੰ ਦਿੰਦਾ ਹੈ। ਕਾਹੇ ਮਨ ਭਉ ਕਰਿਆ, ਹੇ ਮਨ ਤੂੰ ਕਿਉਂ ਡਰੇ ਹੈ? ਜੋ ਦੂਜਿਆਂ ਨੂੰ ਖਾਣ ਨੂੰ ਦਿੰਦਾ ਤਾਂ ਤੈਨੂੰ ਵੀ ਖਾਣ ਨੂੰ ਦੇਵੇਗਾ, ਤੈਨੂੰ ਵੀ ਖਾਣ ਨੂੰ ਦੇਵੇਗਾ। ਕੱਲ੍ਹ ਹੀ ਮੈਂ ਸੁਣਾਇਆ ਸੀ, ਰਘਬੀਰ ਸਿੰਘ ਜੀ ਵੀਰ, ਉਹ ਬੜੇ ਵੱਡੇ ਲਿਖਾਰੀ ਹੋਏ, ਧਾਰਮਿਕ ਬੰਦੇ ਹੋਏ, ਇੰਗਲਿਸ਼ ਦੇ ਪ੍ਰੋਫੈਸਰ ਹੋਏ, ਕਲਕੱਤੇ 'ਚ ਲੱਗੇ ਹੋਏ ਸਨ। ਉਹ ਆਪਣੇ ਜੀਵਨ 'ਚ ਲਿਖਦੇ ਨੇ ਵੀ ਮੈਂ ਬਾਜ਼ਾਰ 'ਚ ਜਾ ਰਿਹਾ, ਅੱਗੇ ਇੱਕ ਮੈਨੂੰ ਭਿਖਾਰੀ ਮਿਲ ਪਿਆ ਹੈ। ਉਹ ਮੈਨੂੰ ਕਹਿੰਦੇ ਮੈਨੂੰ 2 ਪੈਸੇ ਦੇ ਦਿਓ। ਮੈਂ ਕਿਹਾ ਤੂੰ ਕੀ ਕਰੇਗਾ? ਕਹਿੰਦੇ ਮੈਂ ਸਾਹਮਣੇ ਹੋਟਲ ਹੈ, ਉੱਥੇ ਰੋਟੀ ਲੈ ਕੇ ਖਾਵਾਂਗਾ। ਮੈਂ ਉਹਨੂੰ 2 ਪੈਸੇ ਦੇਤੇ, ਆਪ 'ਤੇ ਖੜ੍ਹਾ ਰਿਹਾ ਵੀ ਦੇਖਦਾ ਕੀ ਕਰਦਾ। ਉਹ ਹੋਟਲ 'ਤੇ ਗਿਆ, ਰੋਟੀ ਲਿਆ, ਰੋਟੀ ਦੀ ਸਬਜ਼ੀ ਸੀ, ਉਹਨੇ ਖਾ ਲਈ, ਮੈਂ ਚਲਿਆ ਗਿਆ। ਅਗਲੇ ਦਿਨ ਕੁਦਰਤੀ ਆਇਆ, ਉਹਨੇ ਫਿਰ ਮੇਰੇ ਤੋਂ 2 ਪੈਸੇ ਮੰਗੇ, ਮੈਂ ਉਹਨੂੰ 4 ਪੈਸੇ ਦੇਤੇ, ਉਹਨੇ ਮੇਰੇ 2 ਪੈਸੇ ਸੁੱਟਤੇ। ਮੈਂ ਕਿਹਾ ਵੀ ਤੂੰ 2 ਪੈਸੇ ਸੁੱਟ ਕਿਉਂ ਦਿੱਤੇ? ਰੱਖ ਲੈ, ਕੱਲ੍ਹ ਨੂੰ ਲੋੜ ਪਏਗੀ। ਤੂੰ 2 ਪੈਸੇ ਰੋਟੀ ਖਾਂਦਾ, ਕੱਲ੍ਹ ਨੂੰ ਲੋੜ ਪਏਗੀ। ਕਹਿੰਦਾ ਮੇਰੇ ਲਾਲ ਅੱਖਾਂ ਕਰਕੇ ਵਹਿੰਦਾ, ਕਹਿੰਦਾ ਮੂਰਖ। ਕਹਿੰਦਾ ਮੈਂ ਪ੍ਰੋਫੈਸਰ ਲੱਗਾ ਹੋਇਆ, ਸੂਟਡ ਬੂਟਡ ਹਾਂ। ਉਹ ਮੇਰੇ ਮੂੰਹ ਕਰ ਕਹਿੰਦਾ ਐ ਮੂਰਖ, ਕਿਆ ਕੱਲ ਕੋ ਅੱਲਾ ਮਰ ਜਾਏਗਾ? ਵੀ ਕੀ ਕੱਲ ਨੂੰ ਭਗਵਾਨ ਮਰ ਜਾਏਗਾ? जिस अल्लाह ने आज मुझे 2 पैसे दिए, क्या वो कल को नहीं देगा? जिसने आज मुझे 2 पैसे दिए, क्या वो कल को नहीं देगा? कहता मैं हक्का बक्का रहेगा। ਕਈਆਂ 'ਤੇ ਇੰਨਾ ਵਿਸ਼ਵਾਸ ਹੁੰਦਾ ਹੈ ਕਿ ਜਿਹੜਾ ਭਗਵਾਨ ਸਾਨੂੰ ਅੱਜ ਖਾਣ ਨੂੰ ਦੇ ਰਿਹਾ ਉਹ ਕੱਲ੍ਹ ਨੂੰ ਦੇਵੇਗਾ, ਕਿਉਂਕਿ ਭਗਵਾਨ ਨੇ ਕਿਹੜਾ ਮਰ ਜਾਣਾ? ਮਾਂ ਪਿਓ ਤਾਂ ਮਰ ਵੀ ਸਕਦੇ ਨੇ। ਬੜੇ ਬੱਚੇ ਅਨਾਥ ਹੋ ਜਾਂਦੇ ਨੇ, ਕੋਈ ਵੀ ਨਹੀਂ ਪਾਲਦਾ ਉਹਨਾਂ ਨੂੰ, ਕੋਈ ਵੀ ਨਹੀਂ ਪਾਲਦਾ। ਇਸ ਲਈ ਅਨਾਥਾਲੈ ਖੁੱਲ੍ਹੇ ਹੋਏ ਨੇ ਵੀ ਜਿਹੜੇ ਮਾਂ ਪਿਓ ਮਰ ਗਏ ਨੇ ਭਾਈ, ਜਿਹਨਾਂ ਨੂੰ ਕੋਈ ਨਹੀਂ ਰੋਟੀ ਪਾਣੀ, ਇੱਥੇ ਆ ਕੇ ਰਹਿ ਲਓ। ਕਈ ਵਾਰ ਕੋਈ ਵੀ ਰਿਸ਼ਤੇਦਾਰ ਰੱਖਣ ਨੂੰ ਤਿਆਰ ਨਹੀਂ ਹੈਗਾ। ਗੁਰਬਾਣੀ ਕਹਿੰਦੇ ਸਾਰੇ ਤੁਹਾਡੇ ਦੋਸਤ ਨਾ ਉਹਨਾਂ ਚਿਰ ਹੀ ਨੇ ਜਿੰਨਾ ਚਿਰ ਤੁਸੀਂ ਅਮੀਰ ਹੋ ਅਤੇ ਸੁਖੀ ਹੋ। ਜਿੱਦੇ ਤੁਸੀਂ ਗਰੀਬ ਹੋ ਗਏ ਜਾਂ ਤੁਹਾਡੇ 'ਤੇ ਕੋਈ ਮੁਸੀਬਤ ਆ ਗਈ, ਕਿਸੇ ਨੇ ਤੁਹਾਡੇ ਨਾਲ ਨਹੀਂ ਖੜਨਾ, ਸਭ ਨੇ ਛੱਡ ਛੜਾ ਜਾਣਾ। ਸੋ ਇਸ ਲਈ ਇਹ ਦੁਨੀਆ ਫਸਲੀ ਬਟੇਰੇ ਹੈ। ਜਿੰਨਾ ਚਿਰ ਫਸਲ ਹੈ ਬਟੇਰੇ ਹੈਗੇ। ਫਸਲ ਵੱਢੀ ਗਈ ਹੈ, ਹੁਣ ਫਸਲ ਰਹੀ ਨਹੀਂ, ਬਟੇਰੇ ਫੁਰ ਕਰ ਗੁੱਡ ਗਏ, ਕੋਈ ਨਹੀਂ ਰਿਹਾ। ਇਹ ਨਾ ਸਮਝੇ ਮੇਰੇ ਦੋਸਤ ਨੇ, ਇਹ ਤਾਂ ਤੁਹਾਡੇ ਤੱਕ ਇਹਨਾਂ ਨੂੰ ਕੋਈ ਸਵਾਰਥ ਹੈ। ਸਾਰੀ ਦੁਨੀਆ ਇੱਕ ਦੂਜੇ ਨਾਲ ਸਵਾਰਥ ਕਾਰਨ ਜੁੜੀ ਹੋਈ ਹੈ। ਗੁਰਬਾਣੀ ਕਹਿੰਦੇ ਜਿਸ ਦਿਨ ਤੁਹਾਡੇ ਤੋਂ ਕਿਸੇ ਦਾ ਸਵਾਰਥ ਪੂਰਾ ਨਾ ਹੋਇਆ, ਉਸ ਦਿਨ ਤੂੰ ਕੌਣ ਮੈਂ ਕੌਣ, ਤੂੰ ਕੌਣ ਮੈਂ ਕੌਣ। ਸਾਡਾ ਇੱਕ ਟੀਚਰ ਸੀ, ਉਹਦਾ ਇੱਕ ਪੱਕਾ ਦੋਸਤ ਸੀ। ਉਹਦੇ ਦੋਸਤ 10ਵੀਂ ਦੇ ਪੇਪਰ ਸਨ।
ਕੁਦਰਤੀ ਜਿਹੜਾ ਸਾਡਾ ਟੀਚਰ ਸੀ ਉਹਦੇ ਸੈਂਟਰ 'ਚ ਜਾ ਕੇ ਡਿਪਟੀ ਸੁਪਰਡੈਂਟ ਲੱਗ ਗਏ। ਡਿਪਟੀ ਸੁਪਰਡੈਂਟ ਜਿਹੜਾ ਸੁਪਰਡੈਂਟ ਅਤੇ ਡਿਪਟੀ ਸੁਪਰਡੈਂਟ ਇਹ ਸਾਰੇ ਕਮਰੇ 'ਚ ਫਿਰ ਸਕਦੇ ਨੇ, ਬਾਕੀ ਜਿਹੜੇ ਇਨਵਿਜੀਲੇਟਰ ਨੇ ਆਪਣੇ ਆਪਣੇ ਕਮਰੇ 'ਚ ਡਿਊਟੀ ਦਿੰਦੇ ਨੇ। ਉਹ ਕਹਿੰਦਾ ਮੇਰੇ ਮੁੰਡੇ ਨਕਲ ਮਰਵਾਉਣੀ ਹੈ ਵੀ ਪਾਸ ਹੋ ਜਾਏ। ਲੋ 13 ਪੇਪਰ ਉਹ 10ਵੀਂ ਦੇ ਕੁੱਲ ਹੁੰਦੇ ਸਨ। 10 ਪੇਪਰਾਂ 'ਚ ਵਿਚਾਰੇ ਨਕਲ ਮਰਵਾਤੀ ਔਖੇ ਸੌਖੇ ਵੀ ਦੋਸਤ ਨਾਰਾਜ਼ ਨਾ ਹੋ ਜਾਏ। ਸੈਂਟਰ ਦੀ ਹੋ ਗਈ ਬਦਨਾਮੀ, ਇੱਥੇ ਨਕਲ ਬਹੁਤ ਵੱਜਦੀ ਹੈ। ਗੌਰਮੈਂਟ ਨੇ ਉੱਥੇ ਓਬਜ਼ਰਵਰ ਭੇਜਤੇ ਵੀ ਤੁਸੀਂ 3 ਘੰਟੇ ਸੈਂਟਰ 'ਚ ਹੀ ਰਹਿਣਾ। ਹੁਣ ਜਦੋਂ ਬਾਹਰਲੇ ਆ ਕੇ ਬੈਠ ਗਏ ਨੇ, ਹੁਣ ਉਹ ਕਿਵੇਂ ਨਕਲ ਮਰਵਾ ਸਕਦਾ? 3 ਪੇਪਰਾਂ 'ਚ ਨਕਲ ਨਾ ਮਰਵਾਈ। ਕਹਿੰਦਾ ਉਹ ਮੈਨੂੰ ਕਹਿੰਦਾ ਤੂੰ ਮੇਰੇ ਮੁੰਡੇ ਨਕਲ ਨਹੀਂ ਮਰਵਾਈ। ਮੈਂ ਕਿਹਾ ਭਾਈ 10  'ਚ ਤਾਂ ਮਰਵਾਤੀ, 3 ਵੇਲੇ ਮੇਰੀ ਮਜਬੂਰੀ ਸੀ, ਬਾਹਰ ਲਿਆ ਕੇ ਬਹਿ ਕੇ ਮੈਂ ਕੀ ਕਰਦਾ? ਕਹਿੰਦਾ ਮੁੜ ਕੇ ਮੈਨੂੰ ਬੋਲਣੋਂ ਹੀ ਹਟ ਗਿਆ। 20 ਸਾਲਾਂ ਦੀ ਦੋਸਤੀ 5 ਮਿੰਟਾਂ 'ਚ ਤੋੜਤੀ। ਮੈਂ ਕਿਹਾ ਭਾਈ ਤੁਸੀਂ ਬਾਣੀ ਨਹੀਂ ਨਾ ਪੜ੍ਹਦੇ। ਬਾਣੀ ਕਹਿੰਦੇ ਜਿੰਨਾ ਚਿਰ ਕਿਸੇ ਦਾ ਸਵਾਰਥ ਤੁਹਾਡੇ ਤੱਕ ਉਹਨਾਂ ਚਿਰ ਤੁਹਾਡਾ ਦੋਸਤ ਆਓ। ਜਦੋਂ ਤੁਹਾਡੇ ਤੋਂ ਸਵਾਰਥ ਪੂਰਾ ਨਹੀਂ ਹੋਏਗਾ, ਕੋਈ ਤੁਹਾਡਾ ਦੋਸਤ ਨਹੀਂ, ਕੋਈ ਤੁਹਾਡਾ ਰਿਸ਼ਤੇਦਾਰ ਨਹੀਂ, ਕੋਈ ਨਹੀਂ ਹੈਗਾ। ਮੈਂ ਆਪਣੇ ਭਰਾ ਨੂੰ ਵੀ ਕਿਹਾ ਸੀ, ਉਹ ਪੀਪੂ ਲੈਂਦੇ ਸਨ ਕੁੱਟ, ਸਵਰਗਵਾਸ ਹੋ ਗਏ ਨੇ ਹੁਣ। ਮੈਂ ਇਹ ਜਿਹੜੇ ਤੁਹਾਡੇ ਦੋਸਤ ਨੇ ਨਾ, ਇਹ ਤੁਹਾਡੇ ਦੋਸਤ ਨਹੀਂ ਹੈਗੇ। ਕਹਿੰਦੇ ਕਿਉਂ? ਮੈਂ ਤਾਂ ਇਹ ਤਾਂ ਪਿਆਲੇ ਦੇ ਯਾਰ ਨੇ, ਇਹ ਤੁਹਾਡੇ ਦੋਸਤ ਨਹੀਂ ਹੈਗੇ, ਤੁਹਾਨੂੰ ਐਵੇਂ ਭੁਲੇਖਾ ਹੈ। ਮੈਂ ਇਹ ਤਾਂ ਐਤਵਾਰ ਤੁਹਾਡੇ ਕੋਲ ਪੀਣ ਆ ਜਾਏ, 14 ਬੰਦੇ ਇਕੱਠੇ ਹੋ ਗਏ, 14 ਦੋਸਤ ਸਨ 14। ਮੈਂ ਇਹ ਨਾ ਪਿਆਲੇ ਦੇ ਯਾਰ ਨੇ। ਕਹਿੰਦੇ ਮੈਂ ਤਜਰਬਾ ਕਰਕੇ ਵੇਖਣਾ। ਅੱਛਾ। ਮੈਂ ਤੁਸੀਂ ਉਹਨਾਂ ਨੂੰ ਕਿਹਾ ਵੀ ਦੇਖੋ ਭਾਈ, ਪਹਿਲਾਂ ਤਾਂ ਮੈਂ ਰਹਿੰਦਾ ਸੀ ਦੂਰ, ਹੁਣ ਮੈਂ ਰਿਟਾਇਰ ਹੋ ਕੇ ਆ ਗਿਆ ਪਟਿਆਲੇ। ਮੇਰਾ ਭਰਾ ਕਰਦਾ ਧਰਮ ਦਾ ਪ੍ਰਚਾਰ। ਹੁਣ ਉਹ ਮੇਰੇ ਭਰਾ ਕਾਰਨ ਸਾਰੇ ਸੰਗਤ ਮੈਨੂੰ ਜਾਣਦੀ ਹੈ ਵੀ ਇਹ ਜੈਮਲ ਸਿੰਘ ਦਾ ਭਰਾ ਹੈ, ਬਾਬਾ ਜੀ ਦਾ ਭਰਾ ਹੈ। ਹੁਣ ਜੇ ਮੈਂ ਪੀਣਾ ਤਾਂ ਮੇਰੇ ਭਰਾ ਦੀ ਬਦਨਾਮੀ ਹੁੰਦੀ ਹੈ ਵੀ ਦੇਖੋ ਇੱਕ ਭਰਾ ਲੋਕਾਂ ਦੀ ਛਡਾਉਂਦਾ, ਦੂਜਾ ਪੀ ਰਿਹਾ ਹੈ, ਇਸ ਲਈ ਭਾਈ ਮੈਂ ਤਾਂ ਪੀਣੀ ਬੰਦ ਕਰਤੀ। ਮੈਂ ਤੁਸੀਂ ਐਂ ਕਹਿ ਦਿਓ। ਜਦੋਂ ਆਏ ਨਾ ਉਂਝ ਭਾਵੇਂ ਆਪਣਾ ਪੀਵੀ ਜਾ, ਮੈਂ ਤੁਹਾਨੂੰ ਰੋਕਦਾ ਨਹੀਂ ਹੈਗਾ, ਪਰ ਉਹਨਾਂ ਦੇ ਸਾਹਮਣੇ ਪੀਣੀ ਉਹਨੂੰ ਇਹ ਕਹਿਣਾ, ਫਿਰ ਮੈਂ ਦੇਖੂੰਗਾ ਤੁਹਾਡੇ ਉਹ ਯਾਰ ਹੈਣ ਕਿ ਨਹੀਂ ਹੈਗੇ। ਉਹੀ ਗੱਲ ਜਦੋਂ ਐਤਵਾਰ ਨੂੰ ਆ ਗਏ ਅਤੇ ਉਹ ਬੈਠੇ ਰਹੇ। ਉਹ ਬਰਦਰ ਨੇ ਪਿਲਾਈ ਕੋਈ ਨਹੀਂ। ਕਹਿੰਦੇ ਹਕੀਰ ਸਾਹਿਬ ਪਿਲਾਓ ਕੁੱਟ। ਕਹਿੰਦਾ ਭਾਈ ਗੱਲ ਆ, ਜੇ ਮੈਂ ਤਾਂ ਸਮਝਾਇਆ ਸੀ ਉਵੇਂ ਕਹਿਤਾ ਵੀ ਮੈਂ ਤਾਂ ਛੱਡਤੀ, ਹਾਂ ਚਾਹ ਮੈਂ ਤੁਹਾਨੂੰ ਪਿਲਾ ਸਕਦਾ। ਕਦੇ ਚਾਹ ਚੂ ਨਹੀਂ ਅਸੀਂ ਪੀਣੀ, ਕੁੱਟ ਪਿਲਾਉਣੀ। ਉਹ ਕਹਿੰਦਾ ਭਾਈ ਮੈਂ ਤਾਂ ਛੱਡਤੀ। ਮੁੜ ਕੇ ਨਹੀਂ ਮਿਲਣ ਆਏ। ਸਾਲ ਬਾਅਦ ਬਰਦਰ ਦੀ ਡੈਥ ਹੋ ਗਈ। ਮੈਂ ਉਹ 14 ਦੇ 14 ਨੂੰ ਲੈਟਰ ਭੇਜੇ ਵੀ ਫਲਾਣੇ ਦਿਨ ਭੋਗ ਹੈ। ਮੈਨੂੰ ਸੀ ਵੀ ਦੋਸਤ ਨੇ ਦੇਖਦੇ। ਉਹਨਾਂ 'ਚੋਂ ਇੱਕੋ ਆਇਆ। ਉਹ ਇਸ ਲਈ ਕਿ ਉਹ ਮੇਰਾ ਕੁਲੀਗ ਸੀ। ਜਿਹੜਾ 14 ਚੋਂ ਇੱਕ ਮੇਰੇ ਨਾਲ ਟੀਚਰ ਲੱਗਾ, ਉਹ ਤਾਂ ਮੇਰੇ ਮੂੰਹ ਨੂੰ ਆਇਆ। ਉਹਨਾਂ ਦਾ ਇੱਕ ਵੀ ਦੋਸਤ ਨਹੀਂ ਆਇਆ। ਇਸ ਲਈ ਇਹ ਸਭ ਪਿਆਲੇ ਦੇ ਯਾਰ ਨੇ, ਕੋਈ ਦੋਸਤ ਦਾਸਤ ਨਹੀਂ ਹੈਗੇ। ਜਦੋਂ ਪਲਾਉਣੋਂ ਹਟ ਗਏ, ਮੁੜ ਕੇ ਆਏ ਹੀ ਨਹੀਂ ਹੈਗੇ, ਮੁੜ ਕੇ ਨਹੀਂ ਆਏ। ਵੀ ਹੁਣ ਆ ਕੇ ਪਤਾ ਕਰ ਲਓ ਫਕੀਰ ਸਾਹਿਬ ਕੀ ਹਾਲ ਚਾਲ ਹੈ। ਸਾਰੀ ਦੁਨੀਆ ਸਵਾਰਥੀ ਹੈ, ਆਪਣੇ ਸਵਾਰਥ ਦੀ ਖਾਤਰ ਇੱਕ ਦੂਜੇ ਨਾਲ ਲੱਗੇ ਹੋਏ ਹਨ। ਇਸ ਲਈ ਜਦੋਂ ਤੁਹਾਡੇ ਤੋਂ ਉਧਾਰ ਲੈਣਾ, ਬੜੇ ਮਿੱਠੇ ਹੋ ਜਾਣਗੇ, ਬੜੇ ਮਿੱਠੇ ਬਣ ਕੇ, ਹਾਂਜੀ ਮਿੱਠੀਆਂ ਮਿੱਠੀਆਂ ਗੱਲਾਂ ਕਰਨਗੇ, ਫਿਰ ਤੁਹਾਡੇ ਤੋਂ ਉਧਾਰ ਲੈ ਲੈਣਗੇ। ਫਿਰ ਤੁਸੀਂ ਮਗਰ ਫਿਰੀ ਜਾਓ, ਤੁਹਾਡਾ ਮੋੜਨਗੇ ਨਹੀਂ। ਨਾਲੇ ਦੋਸਤੀ ਗਈ, ਨਾਲੇ ਪੈਸੇ ਗਏ। ਸਾਡੇ ਨਾਲ ਇੱਕ ਟੀਚਰ ਸੀ, ਮੈਨੂੰ ਸੁਣਾਵੇ, ਕਈ ਮੂਰਖ ਹੁੰਦੇ ਨੇ। ਕਹਿੰਦਾ ਮੇਰੇ ਨਾਲ ਪਹਿਲਾਂ ਕਿਸੇ ਹੋਰ ਸਕੂਲ ਸੀ। ਕਹਿੰਦਾ ਮੈਂ ਆਪਣੇ ਦੋਸਤ ਨੂੰ ਕਿਹਾ ਵੀ 5000 ਮੈਨੂੰ ਉਧਾਰਾ ਚਾਹੀਦਾ, ਮੈਂ ਤਨਖਾਹ 'ਚ ਮੋੜ ਦਾਂਗਾ ਤੈਨੂੰ। ਚਲੋ ਉਹਨੇ ਮੈਨੂੰ ਦੇ ਦਿੱਤੇ। ਮੈਂ ਤਨਖਾਹ ਮਿਲੀ, ਉਹਦੇ 5000 ਮੋੜ 'ਤੇ। 2 ਮਹੀਨੇ ਬਾਅਦ ਉਹਨੂੰ ਮੈਂ ਕਿਹਾ ਮੈਨੂੰ ਯਾਰ 10000 ਦੀ ਬੜੀ ਲੋੜ ਪਏਗੀ, ਔਖਾ ਸੌਖਾ ਦੇ, ਮੈਂ 2 ਮਹੀਨਿਆਂ ਵਿੱਚ ਤੈਨੂੰ ਮੋੜ ਦਾਂਗਾ। ਚਲੋ ਉਹਨੇ ਕਿਹਾ ਪਹਿਲਾਂ ਮੋੜ 'ਤੇ ਹੁਣ ਮੋੜ ਦੇਗਾ। ਕਹਿੰਦੇ ਉਹਨੇ 10000 ਮੈਨੂੰ ਦੇਤੇ, ਮੈਂ 2 ਮਹੀਨਿਆਂ ਬਾਅਦ ਉਹਦੇ ਮੋੜ 'ਤੇ। ਫਿਰ ਮੈਂ ਕਹਿੰਦਾ 2 ਮਹੀਨੇ ਉਹਨੂੰ ਕਿਹਾ ਵੀ ਮੈਨੂੰ 20000 ਚਾਹੀਦਾ, ਮੈਂ ਪਲਾਟ ਖਰੀਦਣਾ ਹੈ,
20,000 ਦੀ ਕਮੀ ਹੈ, ਤੂੰ ਮੈਨੂੰ ਮੋੜ ਦੇ ਮੈਂ 4 ਮਹੀਨੇ ਦੇ ਵਿੱਚ ਤੈਨੂੰ ਮੋੜ ਦਾਂਗਾ। ਉਹਨੇ ਕਿਹਾ ਚੱਲ ਪਹਿਲਾਂ ਵੀ ਮੋੜਤੇ ਨੇ, ਹੁਣ ਵੀ ਮੋੜ ਦੂੰਗਾ। ਉਹਨੇ ਮੈਨੂੰ 20,000 ਉਧਾਰ ਦਿੱਤਾ, ਕਹਿੰਦਾ ਮੈਂ 4 ਮਹੀਨਿਆਂ 'ਚ ਉਹਦਾ ਮੋੜਤਾ। ਵਿਸ਼ਵਾਸ ਵੱਧ ਗਿਆ। ਫਿਰ ਕਹਿੰਦੇ ਇੱਕ ਵਾਰੀ ਮੈਂ ਉਸ ਤੋਂ 50,000 ਮੰਗਿਆ, ਵੀ 50,000 ਭਾਈ ਮੈਂ ਤੈਨੂੰ ਵਿਆਜ ਵੀ ਦੇਵਾਂਗਾ। ਚਲੋ ਤੇਰਾ ਬੜਾ ਧੰਨਵਾਦ, ਤੂੰ ਪਹਿਲਾਂ ਬਿਨਾਂ ਵਿਆਜ ਤੋਂ ਮੈਨੂੰ ਦਿੰਦਾ ਰਿਹਾ। ਭਈ 50,000 ਦਾ ਜਿੰਨਾ ਵਿਆਜ ਬੈਂਕ ਦਾ ਬਣੇਗਾ ਮੈਂ ਤੈਨੂੰ ਵਿਆਜ ਸਮੇਤ ਮੋੜਾਂਗਾ, 10,000 ਕਰਕੇ 5 ਮਹੀਨੇ ਤੈਨੂੰ ਮੋੜ ਦਾਂਗਾ। ਉਹਨੇ ਸੋਚਿਆ ਵੀ ਹਰ ਵਾਰੀ ਮੋੜ ਦਿੰਦਾ, ਕਹਿੰਦਾ ਉਹਨੇ ਮੈਨੂੰ 50,000 ਦਿੱਤਾ, ਮੈਂ ਮੁੜ ਕੇ ਮੋੜੇ ਹੀ ਨਹੀਂ। ਅੱਜ ਤੱਕ ਮੇਰੇ ਮਗਰ ਫਿਰੀ ਜਾਂਦਾ, ਮੈਂ ਮੋੜੇ ਹੀ ਨਹੀਂ ਉਹਦਾ। ਦੱਸੋ, ਕਰ ਲਓ ਵਿਸ਼ਵਾਸ। ਮੈਂ ਤਾਂ ਸਾਵਧਾਨ ਕਰਦਾ, ਅਜਿਹਾ ਨਾ ਹੋ ਕਿ ਪੈਸੇ ਵੀ ਗਵਾਓ, ਦੋਸਤੀ ਵੀ ਗਵਾਓ ਅਤੇ ਆਪਣੇ ਮਨ ਦੀ ਸ਼ਾਂਤੀ ਵੀ ਗਵਾਓ। ਕੀ ਖਟਿਆ? ਇਹ ਸਾਰੇ ਸਵਾਰਥ ਕਾਰਨ ਤੁਹਾਡੇ ਨਾਲ ਜੁੜੇ ਹੋਏ ਨੇ। ਇਹਨਾਂ ਨੂੰ ਭਰਾ ਨਹੀਂ ਸਮਝ ਲੈਣਾ ਵੀ ਮੇਰੇ ਭਰਾ ਨੇ, ਔਖੇ ਵੇਲੇ ਮਦਦ ਕਰਨਗੇ। ਨੋ, ਸਭ ਸਵਾਰਥ ਕਾਰਨ ਦੁਨੀਆ ਜੁੜੀ ਹੋਈ ਹੈ। ਦੋਸਤ ਹੈ ਸਵਾਰਥ ਕਾਰਨ ਹੈ। ਲੈ ਘਰ ਵਾਲੇ ਮੰਗਦੀ ਹੈ ਮੈਨੂੰ ਆਹ ਚੀਜ਼ ਲੈ ਕੇ ਦਿਓ, ਲੈ ਤੁਸੀਂ ਨਾ ਲੈ ਕੇ ਦਿਓ। ਫਿਰ ਦੇਖੋ ਤਮਾਸ਼ਾ ਵੀ ਉਹ ਘਰ ਵਾਲੀ ਹੈ ਕਿ ਨਹੀਂ ਹੈ। ਜੇ ਨਾ ਅਟੈਚੀ ਚੱਕ ਕੇ ਪੇਕੇ ਨੂੰ ਚਲੀ ਜਾਏ। ਸਭ ਐਵੇਂ ਨੇ। ਇਸ ਲਈ ਖਿਆਲ ਰੱਖਣਾ। ਇਹਨਾਂ ਜਿਹੜੀ ਬਾਣੀ ਪੜ੍ਹਦੇ ਰਹੋ ਅਤੇ ਮਗਰ ਧੋਖੇ ਜਾ ਕੇ ਪਛਤਾਉਂਦੇ ਰਹੋ ਸਾਰੀ ਉਮਰ। ਕਿਉਂਕਿ ਬਾਣੀ ਪੜ੍ਹਨ ਵਾਲੇ, ਨਾਮ ਜਪਣ ਵਾਲੇ ਬੰਦੇ ਨਾ, ਉਹ ਥੋੜ੍ਹਾ ਜਿਹੜੇ ਜੈਂਟਲ ਹੁੰਦੇ ਨੇ, ਉਹ ਛੇਤੀ ਵਿਸ਼ਵਾਸ ਕਰ ਲੈਂਦੇ ਨੇ ਅਤੇ ਧੋਖਾ ਵੀ ਇਹਨਾਂ ਨਾਲ ਹੀ ਹੁੰਦਾ ਹੈ। ਇੱਕ ਬਾਬਿਆਂ ਕੋਲ ਆ ਗਿਆ, ਬਾਬਾ ਜੀ ਆਉਂਦੇ ਨਾ 10,000 ਮੱਥਾ ਟੇਕਿਆ। ਬਾਬੇ ਨੇ ਪੈਸੇ ਵੇਖੇ, ਨਾਲ ਉਹਦੇ ਵੱਲ ਵੇਖਿਆ। ਕਹਿੰਦੇ ਭਾਈ ਤੂੰ ਕਿੱਥੇ ਰਹਿਣਾ? ਕਿ ਮੈਂ ਦਿੱਲੀ ਰਹਿਣਾ ਜੀ, ਮੇਰਾ ਬਹੁਤ ਵੱਡਾ ਬਿਜ਼ਨਸ ਹੈ ਜੀ। ਅਗਲੀ ਵਾਰੀ ਆਇਆ, 20,000 ਮੱਥਾ ਟੇਕਿਆ। ਕਹਿੰਦੇ ਬਾਬਾ ਜੀ, ਪਿਛਲੀ ਵਾਰ ਤੁਸੀਂ ਮੈਨੂੰ ਆਸ਼ੀਰਵਾਦ ਦਿੱਤੇ ਸੀ, ਮੇਰਾ ਬਿਜ਼ਨਸ ਚੜ੍ਹ ਗਿਆ ਜੀ, ਆ ਲਓ 20,000। ਅਗਲੀ ਵਾਰੀ ਆਇਆ, 50,000 ਰੁਪਏ ਮੱਥਾ ਟੇਕਿਆ। ਬਾਬੇ ਬੜੇ ਖੁਸ਼ ਨੇ। ਕਹਿੰਦੇ ਭਾਈ, ਕਹਿੰਦੇ ਬਾਬਾ ਜੀ ਕਿਆ ਬਾਤ ਹੈ, ਤੁਸੀਂ ਤਾਂ ਬੜੇ ਭਾਗਾਂ ਵਾਲੇ ਮੇਰੇ ਲਈ ਨਿਕਲੇ ਹੋ। ਮੈਂ ਤੁਹਾਡੇ ਦਰਸ਼ਨ ਕਰਕੇ ਦੇਖੋ ਨਿਹਾਲ ਹੋ ਗਿਆ। ਅਗਲੀ ਵਾਰੀ ਆਇਆ, 1,00,000 ਰੁਪਏ ਮੱਥਾ ਟੇਕਿਆ। ਫਿਰ ਗੱਲਾਂ ਬਾਤਾਂ, ਕਹਿੰਦਾ ਬਾਬਾ ਜੀ ਮੇਰਾ ਬਿਜ਼ਨਸ ਬਹੁਤ ਵੱਡਾ ਹੈ, ਮੈਂ ਚਾਹੁੰਦਾ ਤੁਸੀਂ ਵਿੱਚ ਹਿੱਸਾ ਪਾ ਲਓ। ਤੁਸੀਂ ਹਿੱਸਾ ਪਾ ਲਓ, ਜਿੰਨਾ ਤੁਹਾਡਾ ਬਣਦਾ ਹੋਏਗਾ ਪ੍ਰੋਫਿਟ ਤੋਂ ਹੁਣ ਮੈਂ ਤੁਹਾਨੂੰ ਦੇ ਦਿਆ ਕਰਾਂ ਆ ਕੇ। ਬਾਬਿਆਂ ਸੋਚਿਆ ਵੀ ਬੰਦਾ ਤਾਂ ਅਮੀਰ ਹੈ, 10,000 20,000 50,000 ਲੱਖ ਰੁਪਏ ਮੱਥਾ ਟੇਕ ਗਏ। ਤਾਂ ਬਾਬਿਆਂ ਨੇ 10 ਲੱਖ ਰੁਪਈਆ ਉਹਨੂੰ ਦੇਤਾ ਵੀ ਲੈ ਹਿੱਸਾ ਪਾ ਲੈ। ਮੁੜ ਕੇ ਅੱਜ ਆਉਂਦਾ, ਪਤਾ ਨਹੀਂ ਕਿੱਧਰ ਨੂੰ ਗਿਆ, ਕਿੱਧਰ ਨੂੰ ਨਹੀਂ ਗਿਆ। 10 ਲੱਖ ਵੀ ਗਏ। 2 ਲੱਖ ਖਰਚ ਕਰਕੇ 10 ਲੱਖ ਲੈ ਕੇ ਤੁਰਦਾ ਬਣਿਆ। ਸੋ ਇਸੇ ਥੋੜ੍ਹੇ ਸਾਵਧਾਨ ਰਹਿਣਾ। ਤਾਂ ਕਹਿੰਦੇ ਜਨਨ ਪਿਤਾ ਲੋਕ, ਇਹ ਲੋਕਾਂ 'ਚ ਆ ਗਏ ਨਾ ਸਾਰੇ। ਸੁੱਤ ਬਨਤਾ ਕੋਈ ਨਾ ਕਿਸ ਕੀ ਤਰ੍ਹਾਂ, ਇਹਨਾਂ ਦੇ ਆਸਰੇ ਨਹੀਂ ਰਹਿਣਾ। ਨਾ ਮਾਂ ਦੇ, ਨਾ ਬਾਪ ਦੇ, ਨਾ ਲੋਕਾਂ ਦੇ, ਨਾ ਪੁੱਤਰ ਦੇ, ਨਾ ਪਤਨੀ ਦੇ। ਇਹਨਾਂ ਨੇ ਅਖੀਰ 'ਤੇ ਤੁਹਾਡੀ ਕੋਈ ਸਾਥ ਨਹੀਂ ਤੁਹਾਡਾ ਦੇਣਾ। ਕਿਤੇ ਕਵੀ ਇਹ ਮੈਨੂੰ ਪਾਲਣਗੇ, ਨਹੀਂ। ਸਿਰ ਰਿਜ਼ਕ ਸੰਭਾਹੇ ਠਾਕੁਰ। ਪਰਮਾਤਮਾ ਹੀ ਸਭ ਨੂੰ ਰਿਜ਼ਕ ਦਿੰਦਾ ਹੈ, ਉਹੀ ਸਭ ਨੂੰ ਰਿਜ਼ਕ ਪਹੁੰਚਾ ਰਿਹਾ ਹੈ। ਕਾਹੇ ਮਨ ਪੋ ਕਰਿਆ। ਇਸ ਲਈ ਮਨਾ ਤੂੰ ਨਾ ਡਰ ਕਿ ਕੱਲ੍ਹ ਨੂੰ ਮੈਨੂੰ ਰੋਟੀ ਖਾਣ ਨੂੰ ਮਿਲੇਗੀ ਕਿ ਨਹੀਂ ਮਿਲੇਗੀ। ਜਿਸ ਪਰਮਾਤਮਾ ਨੇ ਪੈਦਾ ਕੀਤਾ ਤੂੰ ਉਹਦਾ ਨਾਮ ਜਪੀ ਜਾ, ਬਸ ਆਪੇ ਭੋਜਨ ਭੇਜੇਗਾ ਉਹ। ਅੱਗੇ ਕਹਿੰਦੇ ਊਡੇ ਊੜ ਆਵੈ ਸਹਿ ਕੋਸਾ, ਤਿਸ ਪਾਛੈ ਬਚਰੇ ਛਰਿਆ। ਤਿਨ ਕਵਨ ਖਿਲਾਵੈ ਕਵਨ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਊਡੇ ਊੜ ਆਵੈ ਸਹਿ ਕੋਸਾ, ਇਹਨੂੰ ਕੋਸਾ ਪੜ੍ਹਨਾ। ਕੋਸ ਸ਼ਬਦ ਫਾਰਸੀ ਦਾ ਹੈ, ਕਿਆ ਰੱਖਣਾ? ਕੋਸ ਸ਼ਬਦ ਫਾਰਸੀ ਦਾ ਹੈ। ਕੋਸ ਇੱਕ ਵਚਨ ਹੈ, ਕੋਸਾ ਬਹੁਵਚਨ ਹੈ। ਵੀ ਕਈ ਕੋ, ਫਾਰਸੀ ਕਹਿੰਦੇ ਕੋਸ, ਪੰਜਾਬੀ ਕਹਿੰਦੇ ਸੀ ਕੋ। ਫਿਰ ਅੰਗਰੇਜ਼ ਆ ਗਏ, ਫਿਰ ਹੋ ਗਿਆ ਮੀਲ, ਮਾਈਲ ਜਿਹਨੂੰ ਕਹਿੰਦੇ ਨੇ। ਇੰਗਲਿਸ਼ ਮਾਈਲ ਕਹਿੰਦੇ, ਪੰਜਾਬੀ ਮੀਲ ਕਹਿੰਦੇ। ਹੌਲੀ ਹੌਲੀ ਸਾਡੀ ਸਰਕਾਰ ਨੇ ਮੀਲ ਹਟਾ ਕੇ ਕਿਲੋਮੀਟਰ ਬਣਾਤੇ ਹਨ, ਭਾਵ ਉਹੀ ਹੈ।
ਇਹਨੂੰ ਕੋਸਾਂ ਸਹਿ ਕੋਸਾਂ ਨਹੀਂ ਪੜ੍ਹਨਾ। ਊਡੇ ਊੜ ਆਵੈ ਸਹਿ ਕੋਸਾ। ਇੱਥੇ ਉੱਡ ਕੇ ਕੌਣ ਆ ਰਿਹਾ? ਕੂੰਜ ਦੀ ਉਦਾਹਰਨ ਦਿੱਤੀ ਹੈ। ਰੂਸ ਦੇ ਵਿੱਚ ਇੱਕ ਇਲਾਕਾ ਹੈ ਸਾਇਬੇਰੀਆ, ਉੱਤਰੀ ਰੂਸ। ਉੱਤਰੀ ਰੂਸ ਬਹੁਤ ਜ਼ਿਆਦਾ ਠੰਡ ਪੈਂਦੀ ਹੈ, ਬਰਫ ਹੀ ਬਰਫ, ਬਰਫ ਹੀ ਬਰਫ 9 ਮਹੀਨੇ ਜੰਮੀ ਰਹਿੰਦੀ ਹੈ। ਉੱਥੋਂ ਕੂੰਜਾਂ ਜਿਹੜੀਆਂ ਨੇ ਉੱਡ ਕੇ ਹਿੰਦੁਸਤਾਨ 'ਚ ਆ ਜਾਂਦੀਆਂ, ਕਈ 100 ਕਿਲੋਮੀਟਰ ਜਿਹੜੇ ਉੱਡ ਕੇ ਆਉਂਦੀਆਂ ਨੇ। ਊਡੇ ਊੜ ਆਵੈ ਸੈ ਕੋਸਾ। ਸੈ ਮੈਨੇ ਸੈਂਕੜੇ, ਜਿਹੜੀ ਕੂੰਜ ਹੈ ਸੈਂਕੜੇ ਕੋ ਉੱਡ ਕੇ ਆਉਂਦੀ ਹੈ। ਤਿਸ ਪਾਛੈ ਬਚਰੇ ਛਰਿਆ। ਬਚਰੇ ਮੈਨੇ ਬੱਚੇ, ਉਹ ਬੱਚੇ ਪਿੱਛੇ ਛੱਡ ਆਉਂਦੀ। ਛਰਿਆ ਮੈਨੇ ਛੱਡ ਦਿੱਤੇ, ਨਾਲ ਨਹੀਂ ਬੱਚੇ ਲਿਆਉਂਦੀ, ਕਿਉਂਕਿ ਛੋਟੇ ਨੇ। ਛੋਟੇ ਬੱਚਿਆਂ ਨਾਲ ਨਹੀਂ ਲਿਆਉਂਦੀ, ਬੱਚਿਆਂ ਨੂੰ ਉੱਥੇ ਛੱਡ ਆਈਏ, ਆਪ ਹਿੰਦੁਸਤਾਨ 'ਚ ਆ ਗਈ ਹੈ, ਏਸ਼ੀਆ 'ਚ ਆ ਗਈ ਹੈ। ਤਿੰਨ ਕਵਣ ਖਿਲਾਵੈ ਕਵਣ ਚਗਾਵੈ। ਹੁਣ ਉਹਨਾਂ ਬੱਚਿਆਂ ਨੂੰ ਕੌਣ ਖਿਲਾਏ ਬਈ, ਕੌਣ ਚੋਗਾ ਪਾਏ? ਜਾਨਵਰ ਨੇ, ਕੋਈ ਦਾਣਾ ਪਾਉਣਾ ਹੀ ਪੈਣਾ। ਹੁਣ ਉਹਨੂੰ ਕੌਣ ਖਿਲਾਉਂਦਾ ਹੈ, ਕੌਣ ਚੋਗਾ ਪਾਉਂਦਾ? ਮਨ ਮਹਿ ਸਿਮਰਨ ਕਰਿਆ। ਕੂੰਜ ਕੀ ਕਰਦੇ? ਮਨ 'ਚ ਆਪਣੇ ਬੱਚਿਆਂ ਨੂੰ ਯਾਦ ਕਰਦੀ ਰਹਿੰਦੀ ਹੈ। ਸਿਮਰਨ ਦਾ ਯਾਦ ਕਰਨਾ। ਆਪਾਂ ਕਹਿੰਦੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਨੂੰ ਯਾਦ ਕਰ ਰਹੇ, ਹੁਣ ਯਾਦ ਕਰ ਰਹੇ। ਹਿੰਦੀ ਕਹਿੰਦੇ ਸਮਰਨ, ਹਿੰਦੀ ਵਾਲੇ ਕਹਿੰਦੇ ਨੇ ਸਮਰਨ, ਆਪਾਂ ਕਹਿੰਦੇ ਸਿਮਰਨ, ਯਾਦ ਕਰਨਾ। ਸਿਰਫ ਆਪਣੇ ਬੱਚਿਆਂ ਨੂੰ ਯਾਦ ਕਰਦੀ ਰਹਿੰਦੀ ਹੈ। ਬੱਚੇ ਉਸ ਯਾਦ ਵਿੱਚ ਹੀ ਜਿਹੜੇ ਪਲਦੇ ਰਹਿੰਦੇ ਨੇ ਉੱਥੇ। ਜਿਵੇਂ ਕੱਛੂ ਘੁੰਮੀ ਹੈ, ਆਪ ਪਾਣੀ 'ਚ ਰਹਿੰਦੀ ਹੈ। ਕੱਛੂ ਘੁੰਮੀ ਆਪ ਪਾਣੀ 'ਚ ਰਹਿੰਦੀ ਹੈ, ਪਰ ਜਦੋਂ ਆਂਡੇ ਦਿੰਦੀ ਹੈ ਉਦੋਂ ਬਾਹਰ ਰੇਤੇ 'ਤੇ ਆ ਕੇ ਦਿੰਦੀ ਹੈ। ਆਂਡੇ ਰੇਤੇ 'ਤੇ ਆ ਕੇ ਦਿੰਦੀ, ਬਾਹਰ ਪਾਣੀ ਤੋਂ ਬਾਹਰ। ਆਪ ਪਾਣੀ 'ਚ ਰਹਿੰਦੀ ਹੈ। ਹੁਣ ਬਾਣੀ ਕਹਿੰਦੀ ਹੈ ਵੀ ਆਪ ਤਾਂ ਪਾਣੀ 'ਚ ਰਹਿੰਦੀ ਹੈ, ਅਤੇ ਉਹਦੇ ਜਿਹੜੇ ਆਂਡੇ ਨੇ ਰੇਤੇ 'ਚ ਨੇ, ਉੱਥੋਂ ਹੀ ਬੱਚੇ ਨਿਕਲਦੇ ਨੇ, ਉੱਥੇ ਬੱਚੇ ਨਿਕਲਦੇ ਨੇ। ਉਹਨਾਂ ਨੂੰ ਆਖਰਕਾਰ ਕੌਣ ਖਿਲਾ ਰਿਹਾ, ਕੌਣ ਪਿਲਾ ਰਿਹਾ, ਜਦੋਂ ਕਿ ਉਹ ਤਾਂ ਆਪ ਤਾਂ ਪਾਣੀ 'ਚ ਰਹਿੰਦੀ ਹੈ। ਸੋ ਪਰਮਾਤਮਾ ਪਾਲਦਾ ਹੈ। ਉਹ ਜਿਹੜੇ ਕੂੰਜਾਂ 'ਤੇ ਆ ਗਈ ਇੰਡੀਆ 'ਚ, ਅਤੇ ਬੱਚੇ ਰਹਿ ਗਏ ਉੱਥੇ ਰੂਸ 'ਚ, ਤਾਂ ਉਹਨਾਂ ਨੂੰ ਪਾਲ ਕੌਣ ਰਿਹਾ? ਕਹਿੰਦੇ ਕੂੰਜ ਉਹਨਾਂ ਨੂੰ ਯਾਦ ਕਰਦੀ ਰਹਿੰਦੀ ਹੈ। ਉਸ ਯਾਦ ਸ਼ਕਤੀ ਦੇ ਨਾਲ ਹੀ ਉਹ ਪਲ ਰਹੇ ਹੁੰਦੇ ਹਨ। ਇਸ ਤਰ੍ਹਾਂ ਆਪਾਂ ਵੀ ਪਰਮਾਤਮਾ ਨੂੰ ਯਾਦ ਕਰਦੇ ਰਿਹਾ ਕਰੋ। ਵਾਹਿਗੁਰੂ 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 ਵਾਹਿਗੁਰੂ। ਇਹ ਜਿਹੜੀ ਯਾਦ ਹੈ ਨਾ ਪਰਮਾਤਮਾ ਦੀ, ਇਹਨੇ ਸਾਨੂੰ ਪਾਲਣਾ। ਅੱਗੇ ਕਹਿੰਦੇ ਸਭ ਨਿਧਾਨ 10 ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਏ, ਤੇਰਾ ਅੰਤ ਨਾ ਪਾਰਾ ਵਰਿਆ। ਨਿਧਾਨ ਖਜ਼ਾਨਿਆਂ ਨੂੰ ਕਹਿੰਦੇ ਨੇ, ਸਭ ਨਿਧਾਨ। ਹੁਣ ਧਿਆਨ, ਨਿਧਾਨ ਨੰਨੇ ਨੂੰ ਔਂਕੜ ਨਹੀਂ ਲੱਗਾ, ਇਸ ਲਈ ਨਿਧਾਨ ਬਹੁਵਚਨ ਹੈ। ਨਿਧਾਨ ਹੁੰਦਾ ਖਜ਼ਾਨਾ। ਹੁਣ ਇਹ ਬਹੁਵਚਨ ਖਜ਼ਾਨੇ। ਹੁਣ ਖਜ਼ਾਨੇ ਬਹੁਵਚਨ, ਇਹਦੇ ਅੱਗੇ ਜਿਹੜਾ ਸਭ ਸ਼ਬਦ ਹੈ ਉਹ ਭੱਬੇ ਨੂੰ ਸਿਹਾਰੀ ਲਾ ਕੇ ਵੀ ਬਹੁਵਚਨ ਬਣਾਇਆ ਹੋਇਆ ਹੈ। ਜਦੋਂ ਖਜ਼ਾਨੇ ਬਹੁਵਚਨ ਹੈ ਤਾਂ ਉਹਦੇ ਨਾਲ ਸ਼ਬਦ ਵੀ ਤਾਂ ਬਹੁਵਚਨ ਹੀ ਆਵੇਗਾ ਨਾ। ਜਿਵੇਂ ਹੁਣ ਲੜਕੇ ਹੈ, ਲੜਕੇ ਬਹੁਵਚਨ ਹੈ, ਤਾਂ ਉਦੋਂ ਪਹਿਲਾਂ ਜਿਹੜਾ ਸ਼ਬਦ ਲੱਗੇਗਾ ਉਹ ਵੀ ਬਹੁਵਚਨ ਹੀ ਲੱਗੇਗਾ, ਉਹ ਵੀ ਬਹੁਵਚਨ ਹੀ ਲੱਗੇਗਾ। ਤਿੰਨ ਸਰੂਪ ਨੇ ਸਭ ਦੇ। ਇੱਕ ਹੈ ਸੱਸਾ ਭੱਬਾ ਸਭ, ਹਰ ਇੱਕ, ਉਹਦਾ ਮਤਲਬ ਹਰ ਇੱਕ, ਅਤੇ ਇਸਤਰੀ ਲਿੰਗ ਹੈ। ਇੱਕ ਹੈ ਸੱਸਾ ਭੱਬੇ ਨੂੰ ਔਂਕੜ, ਉਹਦਾ ਮਤਲਬ ਹਰ ਇੱਕ, ਉਪਲਿੰਗ ਹੈ। ਅਤੇ ਸੱਸਾ ਭੱਬੇ ਨੂੰ ਸਿਹਾਰੀ ਸਭ, ਇਹ ਬਹੁਵਚਨ ਹੈ, ਅਤੇ ਇਹਦਾ ਅਰਥ ਹੈ ਸਾਰੇ। ਸਭ ਨਿਧਾਨ, ਸਾਰੇ ਖਜ਼ਾਨੇ। 10 ਅਸ਼ਟ ਸਿਧਾਨ। 10 ਅਸ਼ਟ ਮੈਨੇ 8, ਅਸ਼ਟ ਹਿੰਦੀ ਦਾ ਸ਼ਬਦ ਹੈ। ਸੱਸੇ ਦੇ ਪੈਰ 'ਚ ਬਿੰਦੀ ਲਾ ਕੇ ਬੋਲਣਾ ਹੈ, ਅਸ਼ਟ। ਇਹਨੂੰ 10 ਅਸ਼ਟ ਨਹੀਂ ਬੋਲਦੇ ਨਾ, ਇਹਨੂੰ ਅਸ਼ਟ ਨਹੀਂ ਬੋਲਣਾ, ਅਸਟ ਨਹੀਂ ਬੋਲਣਾ। ਇਹ ਹਿੰਦੀ ਦਾ ਸ਼ਬਦ ਹੈ। ਹਿੰਦੀ ਦੇ ਵਿੱਚ ਬਹੁਤੇ ਅੱਖਰ ਅੱਧੇ ਹੁੰਦੇ ਨੇ। ਜਿਹੜੇ ਅੱਧੇ ਅੱਖਰ ਹੁੰਦੇ ਨੇ ਉਹ ਤੇਜ਼ੀ ਨਾਲ ਬੋਲੇ ਜਾਂਦੇ ਨੇ। ਅਸ਼ਟ, 10 ਅਸ਼ਟ, 10 ਅਤੇ 8 18। ਸਿਧਾਨ ਮੈਨੇ ਸਿੱਧੀਆਂ,
9 ਨਿਧੀਆਂ ਹੁੰਦੀਆਂ, 18 ਸਿੱਧੀਆਂ ਹੁੰਦੀਆਂ। ਨਿਧੀ ਦਾ ਸੰਬੰਧ ਧਨ ਦੌਲਤ ਨਾਲ ਹੈ, ਸਿੱਧੀ ਦਾ ਸੰਬੰਧ ਆਤਮਿਕ ਸ਼ਕਤੀਆਂ ਨਾਲ ਹੈ, ਕਰਾਮਾਤੀ ਸ਼ਕਤੀਆਂ। ਜਿਵੇਂ ਤੈਨੂੰ ਕਈ ਵਾਰੀ ਦੱਸਿਆ ਸੀ, ਅੰਤਰਜਾਮੀ ਹੋ ਜਾਣਾ, ਵੀ ਦੂਜਾ ਇਸ ਵੇਲੇ ਕੀ ਸੋਚ ਰਿਹਾ ਇੱਥੇ ਬੈਠੇ ਪਤਾ ਲੱਗ ਜਾਣਾ, ਉਹਨੂੰ ਅੰਤਰਜਾਮੀ ਕਹਿੰਦੇ। ਇੱਕ ਦਿਵ ਦ੍ਰਿਸ਼ਟੀ ਦਾ ਖੁੱਲ੍ਹ ਜਾਣਾ, ਕਿਹੜੀ ਹੋਈ ਦੂਰ ਬੰਦਾ ਬੈਠਾ, ਤੁਸੀਂ ਇੱਥੋਂ ਬੈਠੇ ਉਸਨੂੰ ਵੇਖ ਸਕਦੇ ਹੋ ਕੀ ਕਰ ਰਿਹਾ ਹੈ। ਇਸ ਤਰ੍ਹਾਂ ਇਹ ਸਿੱਧੀਆਂ ਹੁੰਦੀਆਂ, 18 ਸਿੱਧੀਆਂ ਗਿਣੀਆਂ ਗਈਆਂ ਨੇ। ਸਾਰੀਆਂ ਨਿਧੀਆਂ, ਸਾਰੀਆਂ ਸਿੱਧੀਆਂ ਠਾਕੁਰ ਕਰ ਤਲ ਧਰਿਆ। ਠਾਕੁਰ ਪਰਮਾਤਮਾ ਨੇ, ਕਰ ਹੁੰਦਾ ਹੱਥ, ਤਲ ਮੈਨੇ ਤਲੀ, ਹੱਥ ਦੀ ਤਲੀ, ਹਥੇਲੀ ਜਿਹਨੂੰ ਕਹਿੰਦੇ ਨੇ। ਹੱਥ ਦੀ ਤਲੀ ਨੂੰ ਕੀ ਕਹਿੰਦੇ ਨੇ? ਹਥੇਲੀ। ਪਰਮਾਤਮਾ ਨੇ ਸਾਰੇ ਖਜ਼ਾਨੇ, ਸਾਰੀਆਂ ਸਿੱਧੀਆਂ ਆਪਣੇ ਹੱਥ ਦੀ ਤਲੀ 'ਤੇ ਰੱਖੀਆਂ ਹੋਈਆਂ ਹਨ। ਇਹ ਨਹੀਂ ਵੀ ਕਿਤੋਂ ਕੱਢ ਕੇ ਦੇਣੀਆਂ ਨੇ, ਜਦੋਂ ਦੇਣੀ ਇਸੇ ਚੱਕ ਕੇ ਦੇ ਦੇਣੀਆਂ। ਠਾਕੁਰ ਕਰ ਤਲ ਧਰਿਆ, ਜਨ ਨਾਨਕ ਬਲ ਬਲ ਸਦ ਬਲ ਜਾਈਏ। ਉਸ ਪਰਮਾਤਮਾ ਤੋਂ ਹਮੇਸ਼ਾ ਹੀ ਬਲਿਹਾਰ ਜਾਣਾ ਚਾਹੀਦਾ। ਬਲ ਬਲ ਸਦ ਬਲ ਜਾਈਏ, ਬਲਿਹਾਰ ਜਾਣਾ ਚਾਹੀਦਾ ਹੈ, ਬਲਿਹਾਰ ਜਾਣਾ ਚਾਹੀਦਾ ਹੈ, ਸਦਾ ਬਲਿਹਾਰ ਜਾਣਾ ਚਾਹੀਦਾ। ਤੇਰਾ ਅੰਤ ਨਾ ਪਾਰਾ ਵਰਿਆ। ਹੇ ਪਰਮਾਤਮਾ, ਤੇਰਾ ਨਾ ਕੋਈ ਅੰਤ ਹੈ। ਪਾਰਾ ਵਰਿਆ 2 ਸ਼ਬਦਾਂ ਤੋਂ ਬਣਿਆ, ਪਾਰ ਅਤੇ ਉਰਵਾਰ। ਪਾਰ ਮੈਨੇ ਪਰਲਾ ਬੰਨਾ, ਉਰਵਾਰ ਮੈਨੇ ਉਰਲਾ ਬੰਨਾ। ਹੇ ਪਰਮਾਤਮਾ, ਨਾ ਕੋਈ ਤੇਰਾ ਪਰਲਾ ਬੰਨਾ ਹੈ, ਨਾ ਤੇਰਾ ਕੋਈ ਉਰਲਾ ਬੰਨਾ ਹੈ, ਕਿਉਂਕਿ ਤੂੰ ਤੇਰਾ ਅੰਤ ਹੀ ਕੋਈ ਨਹੀਂ ਹੈ। ਜੇ ਪਰਲਾ ਬੰਨਾ ਹੋਵੇ ਤਾਂ ਫਿਰ ਨਵੇਂ ਉੱਥੇ ਜਾ ਕੇ ਮੁੱਕ ਗਿਆ, ਅੰਤ ਹੋ ਗਿਆ। ਪਰਮਾਤਮਾ ਤਾਂ ਬੇਅੰਤ ਹੈ, ਉਹਦਾ ਤਾਂ ਅੰਤ ਹੀ ਨਹੀਂ ਹੈ। ਤੇਰਾ ਅੰਤ ਨਾ ਪਾਰਾ ਵਰਿਆ, ਤੂੰ ਬੇਅੰਤ ਹੈ, ਤੇਰਾ ਉਰਲਾ ਪਰਲਾ ਬੰਨਾ ਕੋਈ ਨਹੀਂ। ਹੈ ਪਰਮਾਤਮਾ, ਸਾਰੇ ਨਿਦਾਨ, ਸਾਰੇ ਖਜ਼ਾਨੇ, ਸਾਰੀਆਂ 18 ਦੀ 18 ਸਿੱਧੀਆਂ ਤੇਰੇ ਹੱਥ ਦੀ ਤਲੀ 'ਤੇ ਹਨ। ਮੈਂ ਤੇਰੇ ਤੋਂ ਸਦਾ ਹੀ ਬਲਿਹਾਰ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ। ਤੂੰ ਬੇਅੰਤ ਹੈ, ਤੂੰ ਬੇਅੰਤ ਹੈ, ਤੇਰਾ ਕੋਈ ਉਰਲਾ ਪਰਲਾ ਬੰਨਾ ਨਹੀਂ ਹੈ। ਅੱਗੇ ਕਹਿੰਦੇ, ਰਾਗ ਆਸਾ ਮਹਿਲਾ ਚੌਥਾ ਸੋ ਪੁਰਖ। ਰਾਗ ਦਾ ਨਾਮ ਹੈ ਆਸਾ, ਮਹਿਲਾ ਚੌਥਾ, ਚੌਥੇ ਪਾਤਸ਼ਾਹ ਦੀ ਬਾਣੀ ਹੈ। ਸੋ ਪੁਰਖ, ਬਾਣੀ ਦਾ ਨਾਮ ਹੈ ਸੋ ਪੁਰਖ। ਜਿਵੇਂ ਆਪਾਂ ਕਹਿੰਦੇ ਜਪਜੀ ਸਾਹਿਬ, ਆਨੰਦ ਸਾਹਿਬ, ਆਸਾ ਦੀ ਵਾਰ, ਇਸ ਤਰ੍ਹਾਂ ਇਸ ਬਾਣੀ ਦਾ ਕੀ ਨਾਂ ਹੈ? ਸੋ ਪੁਰਖ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ। ਖਿਆਲ ਰੱਖਣੇ ਨੂੰ ਨਿਰੰਜਨ ਨਹੀਂ ਪੜ੍ਹ ਦੇਣਾ। ਨਿਰੰਜਨ ਕੋਈ ਸ਼ਬਦ ਨਹੀਂ ਹੁੰਦਾ, ਅਸਲ ਸ਼ਬਦ ਹੈ ਨਿਰੰਜਨ। ਆਪਾਂ ਪੰਜਾਬੀ ਲੋਕ ਲਿਖ ਲਏ ਨਿਰੰਜਨ ਸਿੰਘ, ਆਪਾਂ ਨੂੰ ਗਿਆਨ ਨਹੀਂ ਹੈਗਾ ਕਿ ਨਿਰੰਜਨ ਸਿੰਘ ਨਹੀਂ ਹੁੰਦਾ, ਨਿਰੰਜਨ ਸਿੰਘ ਹੁੰਦਾ। ਆਮ ਨਿਰੰਜਨ ਸਿੰਘ ਹੀ ਲਿਖਦੇ ਨੇ। ਇਸ ਲਈ ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ। ਗੁਟਕੇ ਵੱਲ ਧਿਆਨ ਰੱਖ। ਹਰ ਅਗੰਮਾ ਅਗੰਮ ਅਪਾਰਾ। ਇਹਨੂੰ ਅਗਮਾ ਅਗਮ ਨਹੀਂ ਪੜ੍ਹਦਾ। 99% ਪਾਠੀ ਅਤੇ ਕੀਰਤਨੀ ਇਸ ਨੂੰ ਅਗਮਾ ਅਗਮ ਪੜ੍ਹਦੇ ਨੇ। ਇਹ ਸੰਸਕ੍ਰਿਤ ਦਾ ਸ਼ਬਦ ਹੈ। ਸੰਸਕ੍ਰਿਤ ਦਾ ਸ਼ਬਦ ਹੈ ਗਮ, ਗੱਗੇ 'ਤੇ ਟਿੱਪੀ ਮੰਮਾ ਗਮ। ਇਸ ਤਰ੍ਹਾਂ ਗਮ ਹੁੰਦਾ ਪਹੁੰਚਣਾ। ਅਗੰਮ, ਜਿਸ ਤੱਕ ਪਹੁੰਚਿਆ ਨਾ ਜਾ ਸਕੇ। ਹਰ ਅਗੰਮ ਅਗੰਮ ਅਪਾਰਾ, ਐਂ ਪੜ੍ਹਨਾ। ਅਗਮਾ ਅਗਮ ਅਪਾਰਾ ਨਹੀਂ ਪੜ੍ਹਨਾ। ਖਿਆਲ ਰੱਖਣਾ ਅੱਗੇ ਤੋਂ, ਇਹ ਅਗਮਾ ਅਗਮ ਨਹੀਂ ਹੈਗਾ। ਇਹ ਸੰਸਕ੍ਰਿਤ ਹੈ ਅਤੇ ਸੰਸਕ੍ਰਿਤ ਦੀ ਤਰ੍ਹਾਂ ਹੀ ਬੋਲਣਾ ਹੈ। ਜਿਵੇਂ ਉਹ ਕੋਸਾ ਸੀ, ਉਹ ਫਾਰਸੀ ਦਾ ਸ਼ਬਦ ਹੈ, ਤੁਹਾਨੂੰ ਕੋਸਾ ਹੀ ਬੋਲਣਾ ਹੈ। ਇਸੇ ਤਰ੍ਹਾਂ ਹੀ ਇਹ ਸੰਸਕ੍ਰਿਤ ਦਾ ਸ਼ਬਦ ਹੈ। ਹਰ ਅਗੰਮਾ, ਗੱਗੇ 'ਤੇ ਟਿੱਪੀ ਲਾ ਕੇ ਪੜ੍ਹਨਾ। ਹਰ ਅਗੰਮਾ ਅਗੰਮ ਅਪਾਰਾ। ਸਭ ਧਿਆਵੇਂ। ਹੁਣ ਸਭ ਬਹੁਵਚਨ ਹੈ। ਹੁਣੇ ਮੈਂ ਦੱਸਿਆ ਤੁਹਾਨੂੰ ਵੀ ਜੇ ਸੱਸਾ ਭੱਬੇ ਨੂੰ ਸਿਹਾਰੀ ਹੋਵੇ ਬਹੁਵਚਨ ਹੁੰਦਾ। ਹੁਣ ਸਭ ਬਹੁਵਚਨ ਹੈ,
ਅੱਗੇ ਜਿਹੜੀ ਕਿਰਿਆ ਆ ਰਹੀ ਹੈ ਉਹ ਵੀ ਬਹੁਵਚਨ ਹੈ। ਬਹੁਵਚਨ ਕਿਰਿਆ ਹਮੇਸ਼ਾ ਨੱਕ ਨਹੀਂ ਬੋਲੀ ਜਾਂਦੀ ਹੈ। ਇਸ ਨੂੰ ਸਭ ਧਿਆਵੈ ਐ ਨਹੀਂ ਪੜ੍ਹਨਾ, ਸਭ ਧਿਆਵੇਂ, ਸਭ ਧਿਆਵੇਂ ਤੁਧ ਜੀ ਹਰ ਸੱਚੇ ਸਿਰਜਣਹਾਰਾ। ਇੱਕ ਵਚਨ, ਜੇ ਇਹਦਾ ਇੱਕ ਵਚਨ ਕੀ ਹੁੰਦਾ? ਧਿਆਵੈ, ਤੱਦੇ ਨੂੰ ਸਿਹਾਰੀ, ਆੜੇ ਨੂੰ ਕੰਨਾ, ਵਾਵਣ ਨੂੰ ਦਿਲਾਵਾਂ, ਇਹਨਾਂ ਹੈ ਧਿਆਵੈ। ਹੁਣ ਤੁਹਾਨੂੰ ਕਹੇ ਵੀ ਧਿਆਵੈ ਦਾ ਗੁਰਬਾਣੀ 'ਚ ਬਹੁਵਚਨ ਬਣਾਓ, ਤਾਂ ਫਿਰ ਤੁਸੀਂ ਹਾਹੇ ਨੂੰ ਸਿਹਾਰੀ ਅੱਗੇ ਲਾ ਦਿਓਗੇ ਅਤੇ ਬੋਲੋਗੇ ਧਿਆਵੇਂ, ਸਭ ਧਿਆਵੇਂ, ਸਭ ਧਿਆਵੇਂ ਤੁਧ ਜੀ ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ, ਸਭ ਦੁਖ ਵਿਸਾਰਨਹਾਰਾ। ਹਰ ਆਪੇ ਠਾਕੁਰ, ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਸੋ ਚੌਥੇ ਪਾਤਸ਼ਾਹ ਕਹਿੰਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ। ਪ੍ਰਸਾਦ ਦੱਦੇ ਨੂੰ ਸਿਹਾਰੀਏ ਕਿਰਪਾ ਨਾਲ। ਜੇ ਦੱਦੇ ਨੂੰ ਸਿਹਾਰੀ ਨਾ ਦੇ ਪ੍ਰਸਾਦ ਦਾ ਮਤਲਬ ਕਿਰਪਾ, ਦੱਦੇ ਨੂੰ ਸਿਹਾਰੀਏ ਕਿਰਪਾ ਨਾਲ। ਇੱਕ ਓੰਕਾਰ ਪਰਮਾਤਮਾ ਸਤਿਗੁਰ। ਹੁਣ ਜੇ ਰਾਰੇ ਨੂੰ ਔਂਕੜ ਹੁੰਦਾ ਫਿਰ ਸਤਿਗੁਰ ਸਤਿਗੁਰ ਹੀ ਹੋਣਾ ਸੀ। ਰਾਰੇ ਨੂੰ ਔਂਕੜ ਨਹੀਂ ਹੈ। ਹੁਣ ਇਹ ਨਹੀਂ ਕਿ ਸਤਿਗੁਰ ਬਹੁਵਚਨ ਬਣ ਗਿਆ, ਨਹੀਂ, ਹੁਣ ਇਹਦਾ ਅਰਥ ਹੈ ਸਤਿਗੁਰ ਦੀ। ਜਦੋਂ ਦਾ ਦੇ ਦੀ ਲੱਗਦਾ ਤਾਂ ਇਟਲਾ ਔਂਕੜ ਖਤਮ ਹੋ ਜਾਂਦਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਦੀ ਪ੍ਰਾਪਤੀ ਸਤਿਗੁਰੂ ਦੀ ਕਿਰਪਾ ਨਾਲ ਹੁੰਦੀ ਹੈ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ। ਨਿਰੰਜਨ ਦੋ ਸ਼ਬਦਾਂ ਤੋਂ ਬਣਿਆ। ਨਿਰ ਅੰਜਨ, ਨਿਰ ਮੈਨੇ ਬਿਨਾ, ਜਿਵੇਂ ਨਿਰਮਲ ਮੈਲ ਤੋਂ ਬਿਨਾ, ਨਿਰਵੈਰ ਵੈਰ ਤੋਂ ਬਿਨਾ, ਨਿਰਭਉ ਡਰ ਤੋਂ ਬਿਨਾ। ਇਸੇ ਤਰ੍ਹਾਂ ਨਿਰ ਅੰਜਨ। ਅੰਜਨ ਹੁੰਦੀ ਹੈ ਮਾਇਆ। ਅੰਜਨ ਮੈਨੇ ਕਾਲਖ ਵੀ ਹੁੰਦੇ ਹੈ। ਅੰਜਨ ਮੈਨੇ ਸੁਰਮਾ ਵੀ ਹੁੰਦਾ, ਕਿਉਂਕਿ ਸੁਰਮਾ ਵੀ ਕਾਲਾ ਹੁੰਦਾ, ਇਸ ਲਈ ਉਹਨੂੰ ਵੀ ਅੰਜਨ ਕਹਿੰਦੇ ਨੇ। ਨਿਰੰਜਨ ਨਿਰ ਅੰਜਨ, ਮਾਇਆ ਤੋਂ ਨਿਰਲੇਪ। ਪੁਰਖ ਹੁੰਦਾ ਜਿਹੜਾ ਸਭ ਦੇ ਵਿੱਚ ਵਸਦਾ ਹੈ, ਉਹਨੂੰ ਪੁਰਖ ਕਹਿੰਦੇ। ਪਰਮਾਤਮਾ ਨੂੰ ਪੁਰਖ ਇਸ ਲਈ ਕਹਿੰਦੇ ਨੇ ਕਿ ਪਰਮਾਤਮਾ ਸਭ ਦੇ ਵਿੱਚ ਵਸਦਾ ਹੈ, ਇਸ ਲਈ ਪੁਰਖ ਹੈ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗੰਮਾ ਅਗੰਮ ਅਪਾਰਾ। ਪਰਮਾਤਮਾ ਜਿਹੜਾ ਹੈ ਉਹ ਸਭ ਦੇ ਵਿੱਚ ਵਿਆਪਕ ਹੈ। ਉਹ ਨਿਰਲੇਪ ਹੈ, ਮਾਇਆ ਤੋਂ ਨਿਰਲੇਪ ਹੈ। ਉਹ ਹਰ ਹੈ, ਉਹ ਪੁਰਖ ਹੈ, ਉਹ ਨਿਰੰਜਨ ਹੈ, ਉਹ ਅਗੰਮਾ ਅਗੰਮ ਅਪਾਰਾ ਹੈ। ਉਹ ਅਪਹੁੰਚ ਹੈ। ਅਗੰਮਾ ਜਿਹਦੇ ਤੱਕ ਪਹੁੰਚਿਆ ਨਾ ਜਾ ਸਕੇ, ਅਪਾਰਾ ਜਿਹਦਾ ਪਰਲਾ ਬੰਨੇ ਹੀ ਕੋਈ ਨਹੀਂ ਹੈ, ਉਹ ਅਪਾਰਾ। ਹਰ ਅਗੰਮਾ ਅਗੰਮ ਅਪਾਰਾ। ਪਰਮਾਤਮਾ ਅਗੰਮ ਹੈ, ਅਪਹੁੰਚ ਹੈ, ਅਪਾਰਾ ਹੈ, ਉਹ ਬੇਅੰਤ ਹੈ। ਸਭ ਧਿਆਵੇਂ, ਸਭ ਧਿਆਵੇਂ ਤੁਧ ਜੀ ਹਰ ਸੱਚੇ ਸਿਰਜਣਹਾਰ। ਹੇ ਸੱਚੇ ਪ੍ਰਭੂ, ਹੇ ਸਿਰਜਣਹਾਰ ਪ੍ਰਭੂ। ਸਿਰਜਣਹਾਰ ਬਣਾਉਣ ਵਾਲਾ, ਅਸਾਰ ਕੁਛ ਪਰਮਾਤਮਾ ਨੇ ਬਣਾਇਆ, ਉਹ ਸਿਰਜਣਹਾਰ ਹੈ। ਹੇ ਸੱਚੇ ਵਾਹਿਗੁਰੂ, ਹੇ ਸੱਚੇ ਸਿਰਜਣਹਾਰ। ਸਭ ਧਿਆਵੇਂ, ਸਭ ਧਿਆਵੇਂ ਤੁਝ ਜੀ। ਸਾਰੇ ਤੈਨੂੰ ਧਿਆਉਂਦੇ ਹਨ, ਸਾਰੇ ਤੈਨੂੰ ਧਿਆਉਂਦੇ ਹਨ। ਸਾਰੀ ਦੁਨੀਆ ਤੈਨੂੰ ਹੀ ਯਾਦ ਕਰਦੀ ਹੈ। ਸਭ ਧਿਆਵੇਂ, ਸਭ ਧਿਆਵੇਂ ਤੁਝ ਜੀ ਹਰ ਸੱਚੇ ਸਿਰਜਣਹਾਰ। ਹੇ ਸੱਚੇ ਪ੍ਰਭੂ, ਹੇ ਸਿਰਜਣਹਾਰ, ਸਾਰੇ ਤੈਨੂੰ ਯਾਦ ਕਰਦੇ ਹਨ, ਸਾਰੇ ਤੈਨੂੰ ਧਿਆਉਂਦੇ ਹਨ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰ। ਹੁਣ ਪਹਿਲਾ ਜੀ ਹੈ ਜੱਜਣ ਬਿਹਾਰੀ ਆੜਾ। ਜੀ ਆੜਾ ਜਿਹੜਾ ਲੱਗਿਆ ਲੰਮੀ ਆਵਾਜ਼ ਕਰ ਲਈ ਜੀ। ਇੱਕ ਦੂਜੇ ਅੱਗੇ ਤੁਮਾਰੇ ਤੋਂ ਬਾਅਦ ਫਿਰ ਜੀ ਹੈ। ਇਹ ਜੀ ਆਓ ਜੀ, ਬੈਠੋ ਜੀ, ਜਿਵੇਂ ਆਪਾਂ ਸਤਿਕਾਰ ਵਜੋਂ ਜੀ ਬੋਲਦੇ।
ਜਿਹੜਾ ਇਕੱਲਾ ਜੱਜੇ ਨੂੰ ਬਿਹਾਰੀ ਜੀ ਹੈ ਨਾ, ਇਹ ਤਾਂ ਸਤਿਕਾਰ ਵਜੋਂ ਹੈ। ਜਿਹੜਾ ਤੋਂ ਪਹਿਲਾਂ ਜੱਜੇ ਨੂੰ ਬਿਹਾਰੀ ਆੜਾ ਹੈ, ਉਹ ਬੋਲਣਾ ਜੀ ਸਭ ਜੀ ਤੁਮਾਰੇ ਜੀ, हे परमात्मा जी ये सारे जीव तेरे ने, तू जियां का दातारा, तू सारे जीवां दा दाता है। दातारा मैंने दाता, ते दाता की काम करदा? दाता दिंदा। दाता की करदा? सानू दाता दिंदा है। ਉਂਝ ਸਾਨੂੰ ਲੱਗਦਾ ਇਸ ਤਰ੍ਹਾਂ ਕਿ ਜੋ ਸਾਡੇ ਕੋਲ ਹੈ ਇਹ ਤਾਂ ਅਸੀਂ ਮਿਹਨਤ ਕਰਕੇ ਕਮਾਇਆ ਹੋਇਆ ਹੈ, ਲੱਗਦਾ ਤਾਂ ਐਂ ਹੀ ਹੈ ਨਾ। ਪਰ ਜੇ ਧਰਮ 'ਤੇ ਵਿਸ਼ਵਾਸ ਕਿਤੇ ਆ ਜਾਏ ਤਾਂ ਫਿਰ ਪਤਾ ਲੱਗਦਾ ਕਿ ਜਿਸ ਯੋਗਤਾ ਨਾਲ ਅਸੀਂ ਇਹ ਚੀਜ਼ਾਂ ਪ੍ਰਾਪਤ ਕੀਤੀਆਂ ਨੇ, ਉਹ ਯੋਗਤਾ ਕਿਸ ਨੇ ਦਿੱਤੀ ਸਾਨੂੰ? ਜੇ ਅਸੀਂ ਸਤ ਸੰਗਤ 'ਚ ਆਏ ਹਾਂ ਇਹ ਸੋਝੀ ਕਿਸ ਨੇ ਦਿੱਤੀ ਸਾਨੂੰ? ਇਹ ਸੋਝੀ ਕਿਸ ਨੇ ਦਿੱਤੀ? ਇਹ ਸੋਝੀ ਪਰਮਾਤਮਾ ਨੇ ਦਿੱਤੀ ਹੈ, ਤਾਂ ਅਸੀਂ ਸਤਸੰਗ 'ਚ ਆਏ। ਜੇ ਬਾਣੀ ਪੜ੍ਹਦਿਆਂ ਨਾਮ ਉਹੀ ਸੋਝੀ ਦਿੰਦਾ ਹੈ, ਇੰਨੇ ਗੁਰੂ ਰਾਹੀਂ ਦਿੰਦਾ। ਬਸ ਉਹਦਾ ਸੋਝੀ ਦੇਣ ਦਾ ਢੰਗ ਹੈ, ਉਹ ਗੁਰੂ ਰਾਹੀਂ ਸੋਝੀ ਦਿੰਦਾ ਹੈ। ਕਿਉਂਕਿ ਸਿੱਧਾ ਜਦੋਂ ਬੋਲਦਾ ਹੈ ਤਾਂ ਸਾਨੂੰ ਸੁਣਦਾ ਨਹੀਂ ਹੈ, ਸਾਨੂੰ ਸੁਣਦਾ ਨਹੀਂ, ਸਾਨੂੰ ਦਿਸਦਾ ਨਹੀਂ, ਕਿਉਂਕਿ ਸੂਖਮ ਹੈ। ਸਾਡੀ ਦਿਵ ਦ੍ਰਿਸ਼ਟੀ ਖੁੱਲ੍ਹੀ ਨਹੀਂ। ਦਿਵ ਦ੍ਰਿਸ਼ਟੀ ਨਾ ਖੁੱਲ੍ਹੀ ਨਹੀਂ, ਸਾਨੂੰ ਦਿਸਦਾ ਨਹੀਂ, ਨਾ ਸਾਨੂੰ ਦਿਸਦਾ ਹੈ ਨਾ ਸਾਨੂੰ ਸੁਣਦਾ ਹੈ। ਇਸ ਲਈ ਉਹਨੇ ਜੋ ਕੁਝ ਵੀ ਕਹਿਣਾ ਹੁੰਦਾ ਗੁਰੂ ਰਾਹੀਂ ਸਾਨੂੰ ਕਹਿੰਦਾ ਹੈ। ਸਾਡਾ ਗੁਰੂ ਹੁਣ ਕੌਣ ਹੈ? ਬਾਣੀ ਹੈ। ਆ ਬਾਣੀ ਰਾਹੀਂ ਪਰਮਾਤਮਾ ਨੇ ਸਾਨੂੰ ਸਾਰਾ ਕੁਛ ਕਿਹਾ ਹੋਇਆ, ਦੱਸਿਆ ਹੋਇਆ। ਸੋ ਪਰਮਾਤਮਾ ਸਾਰੇ ਜੀਵਾਂ ਦਾ ਦਾਤਾ ਹੈ, ਦਾਤਾ ਦੇਣ ਵਾਲਾ ਉਹੀ ਹੈ। ਹਰ ਧਿਆਵੋ ਸੰਤੋ ਜੀ, ਸਭ ਦੁੱਖ ਵਿਸਾਰਨਹਾਰਾ। ਹੇ ਸੰਤੋ, ਹੇ ਭਲੇ ਪੁਰਸ਼ੋ, ਤੁਸੀਂ ਪਰਮਾਤਮਾ ਨਾਮ ਜਪੋ। ਸਭ ਦੁੱਖ ਵਿਸਾਰਨਹਾਰਾ, ਉਹ ਸਾਰੇ ਦੁੱਖਾਂ ਨੂੰ ਭੁਲਾ ਦੇਣ ਵਾਲਾ ਹੈ। ਬੰਦਾ ਦੁਖੀ ਹੈ, ਉਹਨੂੰ ਸਮਝ ਨਹੀਂ ਆਉਂਦੀ ਸੁਖੀ ਹੋਵਾਂ ਕਿਵੇਂ। ਬਾਣੀ ਉਹ ਪੜ੍ਹਦਾ ਨਹੀਂ, ਜੇ ਪੜ੍ਹਦੇ ਤਾਂ ਧਿਆਨ ਨਾਲ ਨਹੀਂ ਪੜ੍ਹਦਾ, ਉਹਨੂੰ ਸਮਝ ਨਹੀਂ ਆਉਂਦੀ। ਇਹ ਕਥਾ ਵਾਰਤਾ ਇਸ ਲਈ ਸ਼ੁਰੂ ਹੋਈ, ਕਥਾ ਵਾਰਤਾ ਇਸ ਲਈ ਸ਼ੁਰੂ ਹੋਈ ਹੈ ਕਿ ਬਾਣੀ ਅੱਜ ਤੋਂ 500 ਸਾਲ ਪਹਿਲਾਂ ਦੀ ਹੈ। ਸਮਾਂ ਪਾ ਕੇ ਕੋਈ ਵੀ ਭਾਸ਼ਾ ਹੈ ਉਹ ਬਦਲਦੀ ਰਹਿੰਦੀ ਹੈ। ਅੱਜ ਦੀ ਜਿਹੜੀ ਪੰਜਾਬੀ ਹੈ ਉਹ ਪਹਿਲਾਂ 500 ਸਾਲ ਦੀ ਜਿਹੜੀ ਪੰਜਾਬੀ, ਅੱਜ ਦੀ ਪੰਜਾਬੀ ਉਹੋ ਜਿਹੀ ਨਹੀਂ ਹੈ। ਫਰਕ ਹੈ ਨਾ, ਇਸ ਲਈ ਕਥਾ ਕਰਨੀ ਪੈਗੀ ਨਾ। ਇਸ ਅੱਜ ਦੀ ਪੰਜਾਬੀ 'ਚ ਨਾ ਅਰਬੀ ਹੈ, ਨਾ ਫਾਰਸੀ ਹੈ, ਨਾ ਸੰਸਕ੍ਰਿਤ ਹੈ, ਨਾ ਹੀ ਕੋਈ ਹਿੰਦੀ ਹੈ। ਇਸ ਲਈ ਸਮਝ ਨਹੀਂ ਆਉਂਦੀ ਗੁਰਬਾਣੀ, ਇਸੇ ਲਈ ਨਹੀਂ ਸਮਝ ਆਉਂਦੀ। ਭਾਵੇਂ ਅਸੀਂ ਜਮਾਤਾਂ ਕੀਤੀ 10ਵੀਂ ਤੱਕ ਹਿੰਦੀ ਪੜ੍ਹੀ ਹੋਈ ਹੈ, ਪਰ ਉਹ ਠੂੰ ਠੱਪ ਕੀਤੀ ਹੈ। ਉਹ ਸਿਰਫ ਪਾਸ ਹੋਣ ਲਈ, ਹਿੰਦੀ ਸਿੱਖਣ ਲਈ ਨਹੀਂ ਕੀਤੀ। ਹਿੰਦੀ ਤੁਸੀਂ ਪਾਸ ਕੀਤੀ ਹੈ, ਹਿੰਦੀ ਸਿੱਖਣ ਲਈ ਨਹੀਂ ਕੀਤੀ। ਟੂ ਬੀ ਵੈਰੀ ਫਰੈਂਕ, ਤੁਸੀਂ ਪੰਜਾਬੀ 10ਵੀਂ ਕੀਤੀ ਹੈ, ਪੰਜਾਬੀ ਸਿੱਖਣ ਲਈ ਨਹੀਂ ਕੀਤੀ, ਬਸ ਪਾਸ ਹੋਣ ਲਈ ਕੀਤੀ ਹੈ। ਇਸ ਲਈ ਤੁਹਾਨੂੰ ਪੰਜਾਬੀ ਵੀ ਨਹੀਂ ਆਉਂਦੀ। ਜਿਹਨੂੰ ਵੇਖ ਕੇ ਨਹੀਂ ਲਿਖਣਾ ਆਉਂਦਾ, ਉਹਨੂੰ ਇਹ ਕੁਝ ਵੀ ਨਹੀਂ ਆਉਂਦਾ। ਮੇਰਾ ਨਾਂ ਜੱਜੇ ਦਲਾਵਾ ਮੰਮਾ ਲੱਲਾ ਸਿੱਧਾ ਜੀ ਜੈਮਲ ਹੈ, ਲਿਖਦੇ ਜਮਾਲ ਸਿੰਘ। ਲੈ ਦੱਸੋ ਕਿਆ ਕਰੇ ਵੀ ਹੈ। ਦੇ ਲਿਖ ਕੇ ਦਿੱਤਾ, ਫਾਰਮ ਭਰ ਕੇ ਦਿੱਤਾ, ਜੈਮਲ ਸਿੰਘ ਕਹੇ ਜਮਾਲ ਸਿੰਘ। ਕੋਈ ਜੈਮਲ ਸਿੰਘ ਪੜ੍ਹਦੇ ਲਿਖਦੇ ਜਰਨੈਲ ਸਿੰਘ। ਲੈ ਦੱਸੋ, ਇਹਦਾ ਮਤਲਬ ਅਸੀਂ ਪੰਜਾਬੀ ਸਿੱਖੀ ਨਹੀਂ, ਸਿਰਫ ਵੀ ਪਾਸ ਹੋ ਜੀ ਬਸ 10ਵੀਂ 'ਚ। ਅਸੀਂ 10ਵੀਂ ਤੱਕ ਹਿੰਦੀ ਸਿੱਖੀ ਨਹੀਂ। ਜੇ ਸਿੱਖੀ ਹੁੰਦੀ ਜ਼ਰੂਰ ਆਉਂਦੀ, ਆਉਂਦੀ ਨਹੀਂ, ਕਿਉਂਕਿ ਸਿੱਖੀ ਨਹੀਂ, ਸਿਰਫ ਪਾਸ ਹੋਣ ਲਈ ਕੀਤਾ। ਸੋ ਮੰਨੋ ਚਾਹੇ ਨਾ ਮੰਨੋ, ਜਿਨ੍ਹਾਂ ਨੇ ਪੰਜਾਬੀ ਸਿੱਖੀ ਉਹਨਾਂ ਨੂੰ ਪੰਜਾਬੀ ਆਉਂਦੀ ਹੈ। ਜਿਨ੍ਹਾਂ ਨੇ ਹਿੰਦੀ ਸਿੱਖੀ ਉਹਨਾਂ ਨੂੰ ਹਿੰਦੀ ਵਾਕਈ ਆਉਂਦੀ ਹੈ। ਜਿਨ੍ਹਾਂ ਨੇ ਅੰਗਰੇਜ਼ੀ ਸਿੱਖੀ ਉਹਨਾਂ ਨੂੰ ਅੰਗਰੇਜ਼ੀ ਆਉਂਦੀ ਹੈ। ਅਤੇ ਜਿਨ੍ਹਾਂ ਦਾ ਸੀ 33 ਨੰਬਰ ਲੈ ਕੇ ਪਾਸ ਹੋ ਜਾਏ, ਉਹਨਾਂ ਤਾਂ ਅੰਗਰੇਜ਼ੀ ਸਿੱਖੀ ਨਹੀਂ, ਉਹਨਾਂ ਦਾ ਆਪਣਾ ਨਾਂ ਨਹੀਂ ਸ਼ੁੱਧ ਲਿਖਣਾ ਆਉਂਦਾ। ਇਹਨਾਂ ਨੂੰ ਕਹਿ ਦਿਓ ਕਈਆਂ ਲਿਖ ਵੀ ਜ਼ੋਰਾ ਸਿੰਘ, ਜੋਰਾ ਸਿੰਘ ਲਿਖ ਦੇਣਗੇ ਕਿ ਕਹਿ ਲਓ ਇਹਨੂੰ। ਮੈਂ ਕਈਆਂ ਨੂੰ ਕਹਿਣਾ ਲਿਖ ਖਜ਼ਾਨ ਸਿੰਘ, ਆਉਂਦੇ ਨਹੀਂ ਲਿਖਣਾ, ਖਜ਼ਾਨ ਸਿੰਘ ਪਾ ਦੇਣੇ, ਜੱਜਾ ਪਾ ਦੇਣਗੇ। ਪੰਜਾਬੀ ਜੱਜਾ ਪਾ ਦੇਵੇ, ਖੱਖਾ ਜੱਜੇ ਨੂੰ ਕੰਨਾ ਪੈਰ ਬਿੰਦੀ ਨੰਨਾ, ਖਜ਼ਾਨ।
ਇੰਗਲਿਸ਼ ਨਹੀਂ ਲਿਖਣ ਦਾ ਖਜ਼ਾਨ ਸਿੰਘ। ਪਤਾ ਹੀ ਨਹੀਂ ਵੀ ਉਹ ਜੇ ਪਏਗਾ ਕਿ ਜ਼ੈਡ ਪਵੇਗਾ, ਪਤਾ ਨਹੀਂ। ਜੇ ਜੱਜਾ ਹੁੰਦਾ ਫਿਰ ਜੇ ਪੈਂਦੀ, ਹੁਣ ਜੱਜੇ ਦੇ ਪੈਰ 'ਚ ਬਿੰਦੀ ਲੱਗੇ ਜ਼ੱਜ਼ਾ ਬਣੇ, ਇਹ ਜ਼ੈਡ ਨਾ ਪਏਗਾ ਖਜ਼ਾਨ ਸਿੰਘ, ਤਾਂ ਜਾ ਕੇ ਗੱਲ ਬਣੇਗੀ। ਇਸ ਲਈ ਨਾ ਸਾਨੂੰ ਅੰਗਰੇਜ਼ੀ ਆਉਂਦੀ ਹੈ, ਨਾ ਹਿੰਦੀ ਆਉਂਦੀ ਹੈ, ਨਾ ਪੰਜਾਬੀ ਆਉਂਦੀ ਹੈ, ਪਤਾ ਨਹੀਂ ਕੀ ਆਉਂਦਾ ਬਸ। ਅਤੇ ਕਹਿੰਦੇ ਸਾਨੂੰ ਸਰਕਾਰੀ ਨੌਕਰੀ ਮਿਲ ਜਾਣੀ, ਸਾਨੂੰ ਆਹ ਮਿਲ ਜਾਏ, ਉਹ ਮਿਲ ਜਾਏ। ਉਹ ਤਾਂ ਬੜੇ ਇੰਟੈਲੀਜੈਂਟ ਬੰਦੇ ਚਾਹੀਦੇ ਹੁੰਦੇ ਨੇ, ਹਾਂ, ਬੜੇ ਮਿਹਨਤੀ ਅਤੇ ਬੜੇ ਇੰਟੈਲੀਜੈਂਟ ਬੰਦੇ ਚਾਹੀਦੇ ਹੁੰਦੇ ਨੇ। ਇਸ ਲਈ ਤੁਹਾਡੇ ਲਈ ਤਾਂ ਬਸ ਆਹੀ ਹੈ, ਔਖੇ ਸੌਖੇ 6 ਬੈਂਡ ਲੈ ਲਓ ਅਤੇ ਜਾਓ ਬਾਹਰ, ਆਪਣਾ ਮਜ਼ਦੂਰੀ ਕਰੋ। ਤੁਸੀਂ ਇਸੇ ਕੰਮ ਦੀ ਫਿੱਟ ਹੋ। ਨੌਕਰੀਆਂ ਤੁਸੀਂ ਫਿੱਟ ਨਹੀਂ ਹੈਗੇ, ਤੁਸੀਂ ਲੇਬਰ ਦੇ ਫਿੱਟ ਹੋ। ਨੌਕਰੀਆਂ ਲਈ ਤਾਂ ਤੁਸੀਂ ਤਿਆਰੀ ਹੀ ਨਹੀਂ ਕੀਤੀ ਹੈਗੀ। ਸੋ ਗੁਰੂ ਮਹਾਰਾਜ ਭਲੀ ਕਰਨ। ਹਰ ਧਿਆਵੋ ਸੰਤੋ ਜੀ, ਸਭ ਦੁੱਖ ਵਿਸਾਰਨ ਹਾਰਾ। ਪਰਮਾਤਮਾ ਦਾ ਨਾਮ ਜਪੋ, ਤੁਹਾਡੇ ਦੁੱਖ ਦੂਰ ਹੋ ਜਾਣਗੇ। ਇਹ ਕਿਵੇਂ ਹੋ ਜਾਣਗੇ ਜੀ? ਅੱਗੋਂ ਫਿਰ ਇਹ ਕਹਿਣਗੇ ਨਾਮ ਜਪਣ ਨਾਲ ਕਿਵੇਂ ਦੁੱਖ ਦੂਰ ਹੋ ਜਾਣਗੇ ਜੀ? ਜਿਨ੍ਹਾਂ ਨੂੰ ਥੋੜ੍ਹੀ ਜਿਹੀ ਅਕਲ ਹੈ ਉਹਦੇ ਪਾਠ ਲੈ ਲੈਂਦੇ ਨੇ, ਅਤੇ ਜਿਨ੍ਹਾਂ ਨਹੀਂ ਹੈ ਉਹ ਫਿਰ ਫਰੀ ਜੋ ਹਸਪਤਾਲਾਂ 'ਚ ਧੱਕੇ ਖਾਂਦੇ ਹਨ। ਪਰਮਾਤਮਾ ਦਾ ਨਾਮ ਦੁੱਖਾਂ ਨੂੰ ਦੂਰ ਕਰਦਾ ਹੈ। ਹੁਣ ਤੁਸੀਂ ਜਿੰਨਾ ਚਿਰ ਤੁਹਾਨੂੰ ਇਹੀ ਨਹੀਂ ਗਿਆਨ ਕਿ ਤੁਹਾਨੂੰ ਦੁੱਖ ਕਿਉਂ ਨੇ, ਉਹਨਾਂ 'ਚ ਤੁਹਾਨੂੰ ਹੱਲ ਨਹੀਂ ਲੱਭ ਸਕਦਾ। ਜਿੰਨਾ ਚਿਰ ਕਾਰਨ ਹੀ ਨਹੀਂ ਪਤਾ, ਮੰਨ ਲਓ ਮੇਰੇ ਪੇਟ ਦਰਦ ਹੋ ਰਹੀ ਹੈ, ਡਾਕਟਰ ਨੂੰ ਕਾਰਨ ਨਹੀਂ ਪਤਾ ਲੱਗੇ, ਕੀ ਇਲਾਜ ਕਰੇਗਾ ਮੇਰਾ? ਉਹਨੂੰ ਕਾਰਨ ਪਤਾ ਲੱਗੇ ਤਾਂ ਹੀ ਇਲਾਜ ਕਰੇਗਾ। ਤੁਹਾਨੂੰ ਕਾਰਨ ਹੀ ਨਹੀਂ ਪਤਾ ਕਿ ਤੁਸੀਂ ਦੁਖੀ ਕਿਉਂ ਹੋ, ਅਤੇ ਜੇ ਤੁਹਾਨੂੰ ਕੋਈ ਦੱਸਦਾ ਹੈ ਤੁਸੀਂ ਉਹਦੀ ਗੱਲ ਮੰਨਦੇ ਨਹੀਂ ਹੈਗੇ। ਧਰਮ ਕਹਿੰਦਾ ਤੁਹਾਡੇ ਮਾੜੇ ਕੀਤੇ ਹੋਏ ਕਰਮ ਹੀ ਤੁਹਾਡੇ ਦੁੱਖਾਂ ਦਾ ਕਾਰਨ ਨੇ। ਤੁਸੀਂ ਪਿਛਲੇ ਜਨਮ 'ਚ ਮਾੜੇ ਕਰਮ ਕੀਤੇ, ਉਹਦੇ ਨਤੀਜੇ ਵਿੱਚ ਤੁਹਾਨੂੰ ਗਰੀਬੀ ਮਿਲੀ ਹੈ, ਉਹਦੇ ਨਤੀਜੇ ਵਿੱਚ ਤੁਹਾਨੂੰ ਬਿਮਾਰੀਆਂ ਮਿਲੀਆਂ, ਉਹਦੇ ਨਤੀਜੇ ਵਜੋਂ ਤੁਸੀਂ ਜੇਲ੍ਹਾਂ 'ਚ ਹੋ, ਉਹਦੇ ਨਤੀਜੇ ਵਜੋਂ ਹੀ ਤੁਸੀਂ ਵਕੀਲਾਂ ਨੂੰ ਪੈਸੇ ਅਤੇ ਪੁਲਿਸਾਂ ਨੂੰ ਪੈਸੇ ਦੇ ਰਹੇ ਹੋ, ਧੱਕੇ ਖਾ ਰਹੇ ਹੋ, ਕਿਉਂਕਿ ਤੁਸੀਂ ਮਾੜੇ ਕੰਮ ਕੀਤੇ। ਹੁਣ ਜਿੰਨਾ ਚਿਰ ਉਹ ਕਰਮ ਕੱਢਦਾ ਨਹੀਂ ਹੈਗਾ, ਅਸੀਂ ਸੁਖੀ ਹੋ ਹੀ ਨਹੀਂ ਸਕਦੇ। ਰੋਈ ਜੋ ਪਿੱਟੀ ਜੋ, ਰੋਣ ਪਿੱਟਣ ਨਾਲ ਕੀ ਹੋ ਜਾਏਗਾ? ਨਾਮ ਜਪਾਂਗੇ, ਬਾਣੀ ਪੜ੍ਹਾਂਗੇ, ਫਿਰ ਉਹ ਕਰਮ ਕੱਟੇਗਾ। ਜਦੋਂ ਕਰਮ ਕੱਟੇਗਾ ਫਿਰ ਜਾ ਕੇ ਸਾਨੂੰ ਸੁੱਖ ਮਿਲੇਗਾ। ਯਾਦ ਰੱਖੋ, ਅਗਰ ਤੁਸੀਂ ਦੁਖੀ ਹੋ ਤਾਂ ਕਿਸੇ ਨੂੰ ਉਲਾਮਾ ਦੇਣ ਦੀ ਲੋੜ ਨਹੀਂ। ਗੁਰੂ ਮਹਾਰਾਜ ਆਪ ਕਹਿੰਦੇ ਦੱਦੈ ਦੋਸ਼ ਨ ਦੇਊਂ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨ। ਕਹਿੰਦੇ ਜੋ ਮੈਂ ਕੀਤਾ ਮੈਂ ਪਾ ਰਿਹਾ ਹਾਂ। ਇਹ ਮਨੁੱਖ ਕਰਦਾ ਅਤੇ ਭਰਦਾ ਹੈ। ਐ ਯੂ ਸੋ ਸ਼ੈਲ ਯੂ ਰੀਪ। 2000 ਸਾਲ ਪਹਿਲਾਂ ਬਾਈਬਲ 'ਚ ਲਿਖਿਆ ਹੈ, ਜਿਹੋ ਜਿਹਾ ਬੀਜੋਗੇ ਉਹੋ ਜਿਹੇ ਵੱਢੋਗੇ। ਬੋਏ ਹਿੰਦੀ ਵਾਲੇ ਕਹਿੰਦੇ ਬੋਏ ਪੇੜ ਬਬੂਲ ਕੇ, ਆਮ ਕਹਾਂ 'ਤੇ ਖਾਏ। ਬਬੂਲ ਕਿੱਕਰ ਨੂੰ ਕਹਿੰਦੇ ਨੇ, ਕਿੱਕਰ ਬੀਜ ਕੇ ਅੰਬ ਕਿੱਥੋਂ ਖਾਓਗੇ? ਮਨੁੱਖ ਵੀ ਅਜੀਬ ਹੈ। ਕਹਿੰਦਾ ਕੰਮ ਕਰੀਏ ਪੁੱਠੇ ਅਤੇ ਨਤੀਜਾ ਆਵੇ ਸਿੱਧਾ, ਇਹ ਨਹੀਂ ਹੋ ਸਕਦਾ। ਮੰਦੇ ਕੰਮੀ ਨਾਨਕਾ, ਜਦ ਕਦ ਮੰਦਾ ਹੋਏ। ਮੰਦੇ ਕੰਮਾਂ ਦਾ ਨਤੀਜਾ ਸੂਨਰ ਲੇਟਰ ਮੰਦਾ ਹੀ ਨਿਕਲਣਾ ਹੈ। ਕਰਮ ਕਰੋ ਸ਼ੁਭ। ਜਿਹੜੇ ਪਿੱਛੇ ਹੋ ਗਏ ਨੇ ਉਹਨਾਂ ਲਈ ਬਾਣੀ ਪੜ੍ਹੋ, ਨਾਮ ਜਪੋ, ਤਾਂ ਜੋ ਕਰਮ ਕੱਟ ਜਾਣ ਅਤੇ ਅਸੀਂ ਸੁਖੀ ਹੋ ਜਾਈਏ। ਹਰ ਧਿਆਵੋ ਸੰਤੋ ਜੀ, ਸਭ ਦੁੱਖ ਵਿਸਾਰਨ ਹਾਰਾ। ਪਰਮਾਤਮਾ ਤੁਹਾਡੇ ਦੁੱਖ ਦੂਰ ਕਰ ਦੇਗਾ। ਇੱਕ ਅੱਧਾ ਨਹੀਂ, ਸਭ ਭੱਬੇ ਨੂੰ ਸਾਰੇ ਦੁੱਖ, ਤੁਹਾਡੇ ਸਾਰੇ ਦੁੱਖ ਪਰਮਾਤਮਾ ਦੂਰ ਕਰ ਦੇਗਾ। ਉਹਦਾ ਨਾਮ ਜਪੋ। ਉੜਦਿਆਂ ਬੈਠਦਿਆਂ ਤੁਰਦਿਆਂ ਫਿਰਦਿਆਂ ਲੇਟਿਆਂ ਵਾਹਿਗੁਰੂ 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 ਕਰੀ ਜਾਣਾ ਹੁੰਦਾ ਹੈ। ਫਜ਼ੂਲ ਦਾ ਸੋਚ ਕੇ ਨਹੀਂ ਰਾਤਾਂ ਖਰਾਬ ਕਰਨੀ ਹੁੰਦੀ। ਹਰ ਆਪੇ ਠਾਕੁਰ, ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਪਰਮਾਤਮਾ ਆਪੇ ਹੀ ਮਾਲਕ ਹੈ, ਆਪੇ ਹੀ ਸੇਵਕ ਹੈ। ਇਹ ਵਿਚਾਰਾ ਜੀਵ ਇਹ ਕੀ ਕਰ ਸਕਦਾ? ਕਿਆ ਨਾਨਕ ਜੰਤ ਵਿਚਾਰਾ, ਇਹ ਵਿਚਾਰੇ ਜੀਵ ਕੀ ਕਰ ਸਕਦੇ ਨੇ? ਪਰਮਾਤਮਾ ਆਪ ਹੀ ਮਾਲਕ ਹੈ, ਆਪ ਹੀ ਸੇਵਕ ਹੈ। ਅਸੀਂ ਤਾਂ ਬਸ ਉਹਦਾ ਨਾਮ ਹੀ ਜਪ ਸਕਦੇ ਹਾਂ। ਸੋ ਸਾਡਾ ਜਦੋਂ ਸੋਝੀ ਆ ਜਾਏ, ਇੱਕ ਨਾਂ ਨੂੰ ਸਭ ਸੋਝੀ ਆਈ, ਇੱਕ ਫਿਰਦੇ ਬੇਪਰਵਾਹ,
ਕਈਆਂ ਦਾ ਸੋਝੀ ਆ ਗਈ। ਜਦੋਂ ਸੋਝੀ ਆ ਜੇ ਫਿਰ ਆਪਣਾ ਦਸਾਂ ਨੌਂ ਦੀ ਕਿਰਤ ਕਰੋ, ਆਪਣਾ ਪਰਿਵਾਰ ਪਾਲੋ, ਬਾਕੀ ਜਿੰਨਾ ਸਮਾਂ ਵੀ ਮਿਲੇ ਉਹ ਭਜਨ ਬੰਦਗੀ ਕਰੋ। ਉਹ ਵਿਅਰਥ ਨਾ ਜਾਣ ਦਿਓ, ਸਮੇਂ ਨੂੰ ਵਿਅਰਥ ਨਹੀਂ ਜਾਣ ਦੇਈਦਾ, ਸਮੇਂ ਨੇ ਮੁੜ ਕੇ ਨਹੀਂ ਆਉਣਾ। ਕਿ ਟੁਮਾਰੋ ਕਮਜ਼ ਨੈਵਰ, ਦੁਬਾਰਾ ਨਹੀਂ ਹੁੰਦੇ। ਜਿਹੜਾ ਇੱਕ ਵਾਰੀ ਸਮਾਂ ਲੰਘ ਗਿਆ ਲੰਘ ਗਿਆ। ਤਾਂ ਹੀ ਨਾ ਪਾਸ਼ਾ ਕਹਿੰਦੇ ਕਰਨੋ ਹੁਤੋ ਸੋ ਨਾ ਕੀਓ, ਹੁਤੋ ਕਰਨੋ ਹੁਤੋ, ਜਦੋਂ ਕਰਨਾ ਸੀ ਨਾ ਕੀਓ, ਉਦੋਂ ਤਾਂ ਕੀਤਾ ਨਹੀਂ। ਕਰਨੋ ਹੁਤੋ ਸੋ ਨਾ ਕੀਓ, ਪਰਿਓ ਲੋਭ ਕੈ ਫੰਦ, ਕਿਉਂ ਨਹੀਂ ਕੀਤਾ? ਪੈਸੇ ਕਮਾਉਣ 'ਤੇ ਲੱਗਾ ਰਿਹਾ, ਲਾਲਚ ਫਸਿਆ ਰਿਹਾ। ਹੋਰ ਕਮਾ ਲਾਂ, ਹੋਰ ਕਮਾ ਲਾਂ, ਹੋਰ ਕਮਾ ਲਾਂ, 12 ਘੰਟੇ ਕੰਮ ਕਰ ਲਾਂ, 14 ਕਰ ਲਾਂ, 16 ਕਰ ਲਾਂ, ਹੋਰ ਡਾਲਰ ਮਿਲਣਗੇ, ਹੋਰ ਪਾਉਂਡ ਮਿਲਣਗੇ, ਇਸ 'ਚ ਲੱਗਾ ਰਿਹਾ। ਕਰਨੋ ਹੁਤੋ ਸੋ ਨਾ ਕੀਓ, ਪਰਿਓ ਲੋਭ ਕੈ ਫੰਦ, ਨਾਨਕ ਸਮਿਓ ਰਮ ਗਇਓ। ਰਮ ਹੁੰਦਾ ਬੀਤ ਗਿਆ। ਹੇ ਭਾਈ ਹੁਣ ਸਮਾਂ ਹੀ ਬੀਤ ਗਿਆ ਹੈ, ਅਬ ਕਿਉਂ ਰੋਵਤ ਅੰਧ, ਹੇ ਮੂਰਖਾ ਹੁਣ ਕਿਉਂ ਰੋਣਾ? ਹੁਣ ਤੇ ਬੁੱਢਾ ਹੋ ਗਿਆ ਹੈ, ਹੁਣ ਚੌਂਕੜੀ ਨਹੀਂ ਮਾਰ ਹੁੰਦੀ, ਚੱਜ ਨਾਲ ਬੈਠ ਨਹੀਂ ਹੁੰਦਾ, ਅੱਖਾਂ ਕਮਜ਼ੋਰ ਹੋ ਗਈਆਂ, ਪੜ੍ਹਨੀ ਬਾਣੀ ਪੜ੍ਹਨੀ ਹੁੰਦੀ ਹੈ। ਕਦੇ ਗੋਡੇ ਦੁਖਦੇ ਨੇ, ਕਦੇ ਲੱਕ ਦੁਖਦੀ ਹੈ, ਕਦੇ ਧੌਣ ਦੁਖਦੀ ਹੈ, ਕਦੇ ਮੋਢੇ ਦੁਖਦੇ ਨੇ। ਹੁਣ ਕੀ ਕਰੇਗਾ? ਇਸ ਲਈ ਐਵੇਂ ਨਹੀਂ ਬਾਣੀ ਕਹਿੰਦੀ ਕਰਨੋ ਹੁਤੋ ਸੋ ਨਾ ਕੀਓ। ਜਦੋਂ ਕਰਨਾ ਸੀ ਉਦੋਂ ਕੀਤਾ ਨਹੀਂ। ਨਾਲੇ ਵੀ ਦੱਸਿਆ ਕਿਉਂ ਨਹੀਂ ਕੀਤਾ, ਇਹ ਵੀ ਨਾਲ ਹੀ ਦੱਸਿਆ ਨਾ। ਪਰਿਓ ਲੋਭ ਕੈ ਫੰਦ, ਲਾਲਚ ਦੇ ਫੰਦੇ 'ਚ ਫਸ ਗਿਆ, ਲਾਲਚ 'ਚ ਆ ਗਿਆ ਨਾ। ਗਰੀਡ ਇਜ਼ ਏ ਕਰਸ, ਐਵੇਂ ਤਾਂ ਨਹੀਂ ਫਿਰ। ਇਹ ਲਾਲਚ ਕਾਰਨ ਹੀ ਬੰਦਾ ਫੰਦੇ 'ਚ ਫਸਦਾ। ਲਾਲਚ ਕੀਤਾ, ਰਿਸ਼ਵਤ ਲੈ ਲਾਂ, ਫੜਿਆ ਗਿਆ। ਵੱਡੇ ਵੱਡੇ ਅਫਸਰ ਫੜੇ ਜਾਂਦੇ ਨੇ। ਕਿੰਨੀ ਬੇਇੱਜ਼ਤੀ ਹੈ। ਨਾਲੇ ਨੌਕਰੀ ਗਈ, ਨਾਲੇ ਪੁਲਿਸ ਤੋਂ ਕੁੱਟ ਖਾਧੀ, ਨਾਲੇ ਅਖਬਾਰਾਂ 'ਚ ਬਦਨਾਮੀ ਹੋਈ, ਨਾਲੇ ਜਿੰਨੇ ਪੈਸੇ ਕਮਾਏ ਸਨ ਉਹਨਾਂ ਪੁਲਿਸ ਨੇ ਕੁੱਟ ਕੱਟ ਕੇ ਲੈ ਲਏ। ਬਾਕੀ ਜਿਹੜੇ ਰਹਿ ਗਏ ਉਹ ਵਕੀਲਾਂ ਨੇ ਲੈ ਲਏ, ਖਾਲੀ ਦੇ ਖਾਲੀ ਰਹਿ ਗਏ, ਬਦਨਾਮੀ ਵਾਧੂ ਦੀ ਕੱਟ ਲਈ। ਇਸ ਲਈ ਬਾਣੀ ਕਹਿੰਦੇ ਦਸਾਂ ਨੌਂ ਦੀ ਕਿਰਤ ਕਰੋ, ਨਾਮ ਜਪੋ ਅਤੇ ਆਪਣਾ ਪਰਿਵਾਰ ਪਾਲੋ। ਹੋਰ ਕੀ ਹੈ? ਕੋਈ ਲੰਮੀ ਚੌੜੀ ਫਿਲਾਸਫੀ ਨਹੀਂ ਹੈਗੀ। ਦਸਾਂ ਨੌਂ ਦੀ ਕਿਰਤ ਕਰੋ, ਆਪਣਾ ਪਰਿਵਾਰ ਪਾਲੋ, ਜਿੰਨਾ ਸਮਾਂ ਮਿਲੇ ਬਾਣੀ ਪੜ੍ਹੋ, ਨਾਮ ਜਪੋ ਅਤੇ ਮੌਜ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।